ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ। ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ ਤੇ ਹਰਮਨ ਜੀ ਦੇ ਸਵਾਗਤ ਤੋਂ ਪਹਿਲਾਂ ਮੌਸਮ ਦੀ ਹਾਲ ਬਿਆਨੀ ਕਰਦੇ ਆ। ਉਹ ਇਹ ਆ ਵੀ ਪੰਜਾਬ ਦੇ ਵਿੱਚ ਮੌਸਮ ਆ ਜਿਹੜਾ ਉਹ ਅੱਜ ਸਵੇਰ ਦੇ ਵੇਲੇ ਤੋਂ ਫਿਰ ਬੜਾ ਸੋਹਣਾ ਬਣਿਆ ਹੋਇਆ ਜੀ। ਕਣੀਆਂ ਪਈ ਜਾਂਦੀਆਂ, ਬਹੁਤ ਵਧੀਆ ਮੌਸਮ ਬਣਿਆ ਪਿਆ ਤੇ ਮੌਸਮ ਵਿਭਾਗ ਕਹਿੰਦਾ ਵੀ 7 ਅਗਸਤ ਤੱਕ ਇਵੇਂ ਹੀ ਰਹਿਣਾ। ਕਿਤੇ ਕਣੀਆਂ ਪਈ ਜਾਣੀਆਂ, ਕਿਤੇ ਬਦਲੀ ਆ ਗਈ, ਕਿਤੋਂ ਚਲੀ ਗਈ। ਪਰ ਗੱਲ ਇਹ ਆ ਵੀ ਇਹ ਮੀਂਹ ਆ ਜਿਹੜਾ ਇਹ ਮੌਨਸੂਨ ਪਾਉਣਾ ਜਿਹੜੀਆਂ ਉਹ ਕਿਤੇ ਤਾਂ ਰਾਹਤ ਲੈ ਕੇ ਆਈਆਂ ਤੇ ਕਿਤੇ ਆਫਤ ਲੈ ਕੇ ਆਈਆਂ ਤੇ ਸਾਰਾ ਕੁਝ ਠੀਕ ਰਵੇ, ਸੁੱਖੀ ਸਾਂਦੀ ਰਵੇ, ਕਿਸੇ ਦਾ ਵਾਲ ਨਾ ਵਿੰਗਾ ਹੋਵੇ ਤੇ ਜਾਨ ਤੇ ਮਾਲ ਦਾ ਕੋਈ ਨੁਕਸਾਨ ਨਾ ਹੋਵੇ, ਇਹਦੀ ਅਸੀਂ ਕਾਮਨਾ ਕਰਦੇ ਆ। ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ, ਕੀ ਹਾਲ ਨੇ? ਬਹੁਤ ਵਧੀਆ, ਚੜ੍ਹਦੀ ਤੁਸੀਂ ਕਲਾ। ਬੜੇ ਖਰਾਬ ਹੋ। ਕਿਉਂ? ਇੰਨੇ ਦਿਨ ਹਰ ਰੋਜ਼ ਪੂੜੇ ਖੀਰ ਇੱਥੇ ਕਰਦੇ ਰਹੇ ਤੁਸੀਂ ਤੇ ਤੁਹਾਨੂੰ ਦਾਸ ਨੇ ਪੂੜੇ ਖਵਾਏ, ਉਹਨਾਂ ਦਾ ਜ਼ਿਕਰ ਹੀ ਨਹੀਂ। ਨਾ ਚੀਜ਼ ਨੇ ਪੂੜੇ ਖਵਾਏ, ਆਹ ਹਾਂ, ਤੇ ਉਹਦਾ ਕੋਈ ਜ਼ਿਕਰ ਹੀ ਨਹੀਂ। ਨੇ ਬਹੁਤ ਵਧੀਆ ਸੀ। 4 ਪੂੜੇ ਸੀਗੇ ਤੇ ਹਾਏ 5 ਮੈਂ- ਜਣੇ ਅਸੀਂ ਖਾਣ ਵਾਲੇ ਸੀਗੇ ਤੇ ਸਾਨੂੰ ਪੌਣਾ ਪੂੜਾ ਆਇਆ ਤੇ ਬਹੁਤ ਵਧੀਆ ਸੀ। ਇੰਨਾ ਝੂਠ ਬੋਲਦੇ ਆ ਨਾ, ਕੀ ਕਹਾਂ ਮੈਂ, ਸੱਚੀ ਗੱਲ ਆ। ਇਹ ਕੋਈ ਚੰਗੀ ਗੱਲ ਨਹੀਂ ਟਾਣਾ ਨਹੀਂ, ਸਾਹਿਬ। ਛਾਬਾ ਭਰ ਕੇ ਲਿਆਂਦਾ ਸੀ। ਫਿਰ ਇਹ ਕਹਿ ਰਿਹਾ ਹਾਂ, ਝੂਠ ਬੋਲਣਾ ਮਨ ਤੇ ਪੱਥਰ ਰੱਖ ਕੇ। ਕਿੰਨੇ ਝੂਠੇ ਤੁਸੀਂ, ਹਾਂ। ਸੱਚ ਦੱਸਿਆ ਕਰੋ। ਪੌਣਾ ਪੂੜਾ ਆਇਆ। ਜੇਕਰ ਕਿਸੇ ਨੂੰ ਨਹੀਂ ਯਕੀਨ ਤਾਂ ਸਾਡੇ ਦਫ਼ਤਰ ਦੇ ਵਿੱਚ ਆ ਕੇ ਜਿਹਨੂੰ ਮਰਜ਼ੀ ਪੁੱਛ ਸਕਦਾ। ਮੈਂ ਇਸ ਮਾਮਲੇ 'ਚ ਭੋਰਾ ਝੂਠ ਨਹੀਂ ਬੋਲਦਾ, ਮੈਨੂੰ ਵੀ ਪਾਉਣਾ ਹੀ ਆਇਆ। ਹੋਰ ਸੁਣਾਓ, ਘਰ ਪਰਿਵਾਰ ਠੀਕ ਆ ਸਾਰੇ? ਹੁਣ ਤਾਂ ਜਮਾ ਹੀ ਠੀਕ ਹੈ। ਹਾਂ, ਗੱਲ ਸੁਣ ਕੇ ਬਹੁਤ ਅੱਛਾ ਲੱਗਿਆ ਮੈਨੂੰ। ਅੱਗੇ ਤੋਂ ਲੈ ਲਿਓ ਫਿਰ ਪੂੜੇ। ਤੇ ਬਾਕੀ ਟਾਣਾ ਸਾਹਿਬ, ਹੋਰ ਫਿਰ ਤੁਹਾਡੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਮੇਰੀ ਜ਼ਿੰਦਗੀ ਵਧੀਆ। ਟੋਇਆਂ ਤੋਂ ਬਚ ਕੇ ਸੜਕ ਤੇ ਚੱਲਦੇ ਹੋ ਰੋਜ਼? ਬਈ ਟੋਏ ਬਹੁਤ ਆ ਹੁਣ ਤਾਂ। ਸੜਕ 'ਚ ਟੋਏ ਨਹੀਂ, ਟੋਇਆਂ 'ਚ ਸੜਕ ਆ। ਹਾਂ, ਜੇ ਕਿਤੇ ਟੋਇਆਂ ਦੇ ਵਿਚਾਲੇ ਥੋੜਾ ਜਿਹਾ ਪੱਧਰਾ ਜਿਹਾ ਟੋਟਾ ਆ ਜੇ ਤਾਂ ਹੈਰਾਨ ਹੋਈਦਾ ਹੈ ਆਹ ਕਿਵੇਂ ਠੀਕ ਰਹਿ ਗਿਆ। ਬਿਲਕੁਲ ਸਹੀ ਗੱਲ ਹੈ। ਪਰ ਬਰਸਾਤੀ ਮੌਸਮ ਹੈ ਤੇ ਲੋਕਾਂ ਨੂੰ ਵੀ ਇਹ ਬੇਨਤੀ ਹੈ ਕਿ ਧਿਆਨ ਦੇ ਨਾਲ ਚੱਲੋ, ਕਿਉਂਕਿ ਜਿੱਥੇ ਪਾਣੀ ਖੜਾ ਹੋਵੇ ਤੁਹਾਨੂੰ ਨਹੀਂ ਪਤਾ ਕਿ ਉਹਦੇ ਥੱਲੇ ਹੋ ਸਕਦਾ ਸੀਵਰੇਜ ਦਾ ਜਿਹੜਾ ਢੱਕਣਾ ਉਹੀ ਨਹੀਂ ਹੈਗਾ, ਹੋ ਸਕਦਾ ਉਹਦੇ ਥੱਲੇ ਵੈਸੇ ਕੋਈ ਟੋਆ ਡੂੰਘਾ ਹੋਵੇ, ਕੁਝ ਵੀ ਹੋ ਸਕਦਾ। ਸੋ ਇਸ ਲਈ ਬਚਾਅ ਵਿੱਚ ਬਚਾਅ ਹੈ, ਬਚੋ। ਸਰਕਾਰਾਂ ਨੇ ਕੁਝ ਨਹੀਂ ਕਰਨਾ। ਤੇ ਜਦੋਂ ਕਿਤੇ ਪਾਣੀ ਖੜਾ ਹੁੰਦਾ ਤਾਂ ਮੇਰੀ ਬੇਨਤੀ ਹੈ 4 ਪਹੀਆ ਵਾਹਨਾਂ ਵਾਲਿਆਂ ਨੂੰ ਵੀ 2 ਪਹੀਆ ਵਾਹਨਾਂ ਵਾਲਿਆਂ ਨੂੰ ਵੀ ਬੰਦੇ ਸਮਝਿਆ ਕਰੋ। ਜਦੋਂ ਛੁਰੂ ਕਰਕੇ ਗੱਡੀ ਲੰਘਦੀ ਆ ਤੇ ਬੰਦੇ ਦੇ ਮੂੰਹ ਦੇ ਉੱਤੇ ਪਾਣੀ ਪੈਂਦਾ ਨਾ, ਉਹਦੇ ਮੂੰਹ ਦੇ ਵਿੱਚੋਂ ਬੜਾ ਕੁਝ ਨਿਕਲਦਾ, ਤੁਸੀਂ ਤਾਂ ਚਲੇ ਜਾਂਦੇ ਆ। ਠੀਕ ਆ, ਇਸ ਕਰਕੇ ਭਾਈ ਆਪਾਂ ਸੋਚੀਏ। ਨਹੀਂ, ਵੈਸੇ ਵੀ ਇਹ ਇਨਸਾਨੀਅਤ ਦੀ ਗੱਲ ਹੁੰਦੀ ਹੈ ਵੀ ਜਿਹੜਾ ਕੋਈ, ਮੈਂ ਬਹੁਤ ਵਾਰ ਵੇਖਿਆ ਟਾਣਾ ਸਾਹਿਬ, ਇਹ ਤਾਂ ਬਰਸਾਤ ਦੀ ਚਲੋ ਆਪਾਂ ਗੱਲ ਕਰ ਰਹੇ ਹਾਂ, ਧੁੱਪ ਦੇ ਵਿੱਚ ਵੀ ਜੇ ਕੋਈ ਪੈਦਲ ਜਾ ਰਿਹਾ, ਕੋਈ ਰਿਕਸ਼ਾ ਚਾਲਕ ਆ, ਕੋਈ ਆਟੋ ਵਾਲਾ, ਉਹਨੂੰ ਏਸੀ ਵਾਲੀ ਗੱਡੀ 'ਚ ਬੈਠੇ ਹਾਰਨ ਮਾਰੀ ਜਾਣਗੇ ਵੀ ਪਾਸੇ ਕਰ ਲਾ ਪਾਸੇ, ਵੀ ਤੂੰ ਤਾਂ ਭਲਿਆ ਲੋਕਾਂ ਫਿਰ ਵੀ ਠੰਡੀ ਹਵਾ 'ਚ ਬੈਠਾ ਹੈ। ਉਹ ਵਿਚਾਰਾ ਧੁੱਪ ਦੇ ਵਿੱਚ ਸੜ ਰਿਹਾ, ਮੱਚ ਰਿਹਾ, ਉਹਨੂੰ ਗਰਮੀ ਲੱਗ ਰਹੀ, ਪਸੀਨਾ ਆ ਰਿਹਾ ਹੈ, ਤੇ ਜੇ ਉਹ 2-4 ਮਿੰਟ ਵਾਧੂ ਵੀ ਲੈ ਲੂਗਾ ਤਾਂ ਕੀ ਹੋ ਜਾਊਗਾ? ਦੇਖੋ, ਇਹ ਸਾਰੀਆਂ ਗੱਲਾਂ ਨਾ ਪੜ੍ਹਨ ਲਿਖਣ ਦੇ ਨਾਲ ਆਉਂਦੀਆਂ। ਇਹ ਨਜ਼ਾਕਤ ਆ ਨਾ ਜਿਹੜੀ, ਉਹ ਤਾਂ ਆਉਂਦੀ ਹੈ ਜੇਕਰ ਅਸੀਂ ਦੇਸ਼ ਦੁਨੀਆ ਦੇ ਬਾਰੇ ਗਿਆਨ ਹਾਸਲ ਕਰਾਂਗੇ। ਮੈਂ ਨਾ ਆਪਦੇ ਅੱਖੀਂ ਦੇਖੀਆਂ ਗੱਲਾਂ ਕਈ ਵਾਰੀ ਸਾਂਝੀਆਂ ਕੀਤੀਆਂ ਵੀ ਅਸੀਂ ਤਾਂ ਸਾਰਾ ਦਿਨ ਮੋਬਾਈਲ ਦੇ ਉੱਤੇ ਰਹਿੰਦੇ ਆ। ਮੋਬਾਈਲ ਤੇ ਟਿਕਟੌਕ ਬਣਾ ਲਈ, ਇੰਸਟਾਗ੍ਰਾਮ ਤੇ ਉਹਨੂੰ ਗਾਲ ਕੱਢ ਲਈ, ਫੇਸਬੁੱਕ ਤੇ ਆਹ ਚੀਜ਼ ਪਾਤੀ, ਉਧਰ ਆਹ ਕਰਤਾ। ਸਾਡੇ ਰੁਝੇਵੇਂ ਇਹੋ ਜਿਹੇ ਆ। ਪਰ ਬਾਹਰਲੇ ਦੇਸ਼ਾਂ ਦੇ ਵਿੱਚ ਮੈਂ ਅੱਖੀਂ ਜਾ ਕੇ ਦੇਖਿਆ, ਜੇ ਜਹਾਜ਼ ਦੇ ਵਿੱਚ ਅਸੀਂ ਬੈਠੇ ਆ ਤਾਂ ਅਸੀਂ ਮੋਬਾਈਲ ਤੇ ਆ, ਤੇ ਜੇਕਰ ਉਹ ਬੈਠੇ ਗੋਰੇ ਜਾਂ ਕੋਈ ਹੋਰ ਬੈਠਾ ਤਾਂ ਉਹ ਕਿਤਾਬ ਤੇ ਆ, ਉਹ ਕਿਤਾਬ ਪੜ੍ਹ ਰਹੇ ਆ। ਜੇ ਲੈਪਟਾਪ ਉਹਨਾਂ ਨੇ ਸਾਹਮਣੇ ਰੱਖਿਆ ਤਾਂ ਲੈਪਟਾਪ ਦੇ ਉੱਤੇ ਵੀ ਕੁਝ ਨਾ ਕੁਝ ਕੱਢ ਕੇ ਗੂਗਲ ਦੇ ਉੱਤੋਂ ਪੜ੍ਹ ਰਹੇ ਆ। ਪਰ ਜਿੰਨਾ ਚਿਰ ਅਸੀਂ ਪੜਾਂਗੇ ਨਹੀਂ, ਅਸੀਂ ਸੱਭਿਅਕ ਨਹੀਂ ਹੋ ਸਕਦੇ। ਤੇ ਸੱਭਿਅਕ ਹੋਣ ਦੇ ਲਈ ਕੱਲੀ ਉਮਰ ਵਧਣਾ ਜ਼ਰੂਰੀ ਨਹੀਂ, ਉਹਦੇ ਲਈ ਗਿਆਨ ਦੇ ਵਿੱਚ ਵਾਧਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਾਫ ਕਰਨਾ ਟਾਣਾ ਸਾਹਿਬ, ਇੱਥੇ ਇਹ ਵੀ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਬਹੁਤੀ ਵਾਰ ਸੜਕਾਂ ਦੇ ਉੱਪਰ ਵੱਡੀਆਂ ਗੱਡੀਆਂ ਵਾਲੇ ਪੜ੍ਹੇ ਲਿਖੇ ਜਵਾਕ ਹੀ ਇਹੋ ਜਿਹੀ ਹਰਕਤ ਕਰਦੇ ਨਜ਼ਰ ਆਉਂਦੇ ਨੇ। ਸੋ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਜਿਹੜੀ ਪੜ੍ਹਾਈ ਲਿਖਾਈ ਤੁਹਾਡੇ ਮਾਂ-ਬਾਪ ਤੋਂ ਤੁਹਾਨੂੰ ਮਿਲਣੀ ਆ, ਉਹ ਮਹਿੰਗੇ ਸਕੂਲਾਂ 'ਚ ਜਾ ਕੇ ਨਹੀਂ ਮਿਲ ਸਕਦੀ। ਥੋੜਾ ਜਿਹਾ ਇਨਸਾਨੀਅਤ ਦਾ ਪਾਠ ਵੀ ਅਸੀਂ ਸਿੱਖੀਏ। ਬਾਕੀ ਸਾਰਾ ਕੁਝ ਅਸੀਂ ਆਲੇ ਦੁਆਲੇ ਜ਼ਰੂਰ ਸਿੱਖਦੇ ਹਾਂ, ਪਰ ਇਨਸਾਨੀਅਤ ਸਾਡੇ ਅੰਦਰ ਗਵਾਚਦੀ ਜਾ ਰਹੀ ਹੈ। ਪਰ ਮੈਂ ਸਾਰਿਆਂ ਨੂੰ ਇੱਕੋ ਰਸਤੇ ਨਹੀਂ ਬਣ ਰਹੀ। ਬਹੁਤ ਸਾਰੇ ਵੱਡੀਆਂ ਗੱਡੀਆਂ ਵਾਲੇ ਵੀ ਸਾਊ ਹੁੰਦੇ ਨੇ, ਬਹੁਤ ਸਾਰੇ ਚੰਗੇ ਲੋਕ ਵੀ ਹੈਗੇ ਨੇ ਇਸ ਧਰਤੀ ਤੇ। ਇਨਸਾਨੀ ਗੁਣ ਜਿਹੜੇ ਉਹ ਕਿਸੇ ਵੀ ਬੰਦੇ ਦੇ ਵਿੱਚ ਕਿਸੇ ਵੀ ਰੂਪ 'ਚ ਹੋ ਸਕਦੇ ਆ, ਤੇ ਉਹ ਅੰਦਰੋਂ ਕਿੰਨਾ ਕੁ ਇਨਸਾਨ ਆ ਇਹ ਪਹਿਲੇ 5 ਮਿੰਟਾਂ 'ਚ ਪਤਾ ਲੱਗ ਜਾਂਦਾ। ਬਿਲਕੁਲ ਸਹੀ। ਤੇ ਹੁਣ ਚੱਜ ਦਾ ਵਿਚਾਰ ਆਉਣ ਦਿਓ। ਦੇਖੋ, ਚੱਜ ਦਾ ਵਿਚਾਰ ਹੈਗਾ ਬਹੁਤ ਛੋਟਾ ਜਿਹਾ, ਪਰ ਇਹਦੇ ਅਰਥ ਬੜੇ ਵੱਡੇ ਆ। ਜਿਹੜਾ ਤੁਹਾਡੇ ਨਾਲ ਰਹਿ ਕੇ ਤੁਹਾਡਾ ਭਲਾ ਨਹੀਂ ਕਰ ਸਕਿਆ, ਉਹ ਤੁਹਾਡੇ ਨਾਲੋਂ ਟੁੱਟ ਕੇ ਤੁਹਾਡਾ ਵਿਗਾੜ ਕੀ ਲਊ, ਇਹ ਕਦੇ ਸੋਚਿਓ। ਕੀ ਬਾਤ ਹੈ। ਜਦੋਂ ਕੋਈ ਤੁਹਾਡੇ ਨਾਲ ਆ, ਜੇਕਰ ਉਹਨੇ ਕਦੇ ਤੁਹਾਡਾ ਭਲਾ ਨਹੀਂ ਕੀਤਾ, ਮਤਲਬ ਇਹ ਆ ਵੀ ਉਹਨੇ ਵਿਗੜ ਕੇ
ਉਹਨੇ ਵਿਗਾੜ ਪਾ ਕੇ, ਉਹਨੇ ਟੁੱਟ ਕੇ, ਉਹਨੇ ਦੂਰ ਜਾ ਕੇ ਤੁਹਾਡਾ ਵਿਗਾੜ ਵੀ ਕੁਝ ਨਹੀਂ ਸਕਣਾ। ਇਹ ਆਪਣੇ ਮਨ ਦਾ ਭਰਮ ਹੀ ਹੁੰਦਾ। ਬਿਲਕੁਲ ਸਹੀ ਗੱਲ ਹੈ। ਵੈਸੇ ਵੀ ਟਾਣਾ ਸਾਹਿਬ ਕਹਿੰਦੇ ਹੁੰਦੇ ਆ ਨਾ ਕਿ ਹੌਸਲਾ ਰੱਖਣਾ ਚਾਹੀਦਾ ਬੰਦੇ ਨੂੰ, ਕੋਈ ਕਿਸੇ ਦੇ ਲਈ ਕੁਝ ਵੀ ਨਹੀਂ ਕਰ ਸਕਦਾ ਹੁੰਦਾ। ਬਹੁਤੀ ਵਾਰ ਆਪਾਂ ਵੇਖਦੇ ਆ ਕਿ ਕੁਝ ਇੱਕ ਲੋਕ ਇਹੋ ਜਿਹੇ ਹੁੰਦੇ ਜਿਹੜੇ ਸਿਰਫ ਪੰਪ ਦੇਣ ਨੂੰ ਹੀ ਨਾਲ ਹੁੰਦੇ ਨੇ, ਵੀ ਚੱਕਦੇ ਕੋਈ ਗੱਲ ਨਹੀਂ, ਤੇਰੇ ਨਾਲ ਆ ਭਰਾ। ਹਾਂ, ਤੇ ਕਦੋਂ ਨਾਲ ਵਾਲੇ ਮਗਰੋਂ ਭੱਜ ਜਾਂਦੇ ਨੇ ਪਤਾ ਵੀ ਨਹੀਂ ਲੱਗਦਾ। ਸਹੀ ਗੱਲ ਆ, ਬੰਦਾ ਇਕੱਲਾ ਹੀ ਫਸਿਆ ਰਹਿ ਜਾਂਦਾ ਹੈ। ਸੋ ਖੈਰ, ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਕਹਿੰਦੇ ਕਿ ਕਈ ਵਾਰ ਕੁਝ ਲੋਕ ਅੱਖਾਂ 'ਚ ਇਹੋ ਜਿਹੀ ਮਿੱਟੀ ਪਾ ਕੇ ਜਾਂਦੇ ਨੇ, ਕਈ ਵਾਰ ਕੁਝ ਲੋਕ ਅੱਖਾਂ ਦੇ ਵਿੱਚ ਇਹੋ ਜਿਹੀ ਮਿੱਟੀ ਪਾ ਕੇ ਜਾਂਦੇ ਆ, ਅੱਖਾਂ ਦੇ ਵਿੱਚ ਰੜਕ ਪੈਣੋਂ ਨਹੀਂ ਹਟਦੀ। ਨਹੀਂ ਟਾਣਾ ਸਾਹਿਬ, ਗਲਤ ਰਾਹ ਪੈ ਗਏ ਤੁਸੀਂ, ਥੋੜਾ ਵਾਪਸ ਆਓ। ਅੱਛਾ, ਪਿਛਲਾ ਗੇਅਰ ਪਾਓ। ਆ ਗਿਆ। ਕਈ ਵਾਰ ਕੁਝ ਲੋਕ ਅੱਖਾਂ 'ਚ ਐਸੀ ਮਿੱਟੀ ਪਾ ਕੇ ਜਾਂਦੇ ਨੇ ਕਿ ਪਹਿਲਾਂ ਨਾਲੋਂ ਵੀ ਸਾਫ਼ ਨਜ਼ਰ ਆਉਣ ਲੱਗ ਜਾਂਦਾ। ਹਾਂ, ਇਹ ਤਾਂ ਗੱਲ ਹੈ। ਮਤਲਬ ਇਹ ਵੀ ਤਜਰਬਾ ਹੋ ਜਾਂਦਾ, ਪਤਾ ਲੱਗ ਜਾਂਦਾ ਬੰਦੇ ਕੋ ਬੰਦੇ ਦਾ। ਜੇਕਰ ਕੋਈ ਅੱਖਾਂ 'ਚ ਘੱਟਾ ਪਾ ਕੇ ਜਾਂਦਾ ਤੇ ਪਤਾ ਲੱਗ ਜਾਂਦਾ ਵੀ ਅਗਲੀ ਵਾਰ ਘੱਟਾ ਪਾਉਣ ਵਾਲੇ ਤੋਂ ਬਚਣਾ ਕਿਵੇਂ ਆ। ਇਹ ਤਜਰਬਾ ਹੀ ਹੁੰਦਾ, ਉਮਰ ਦਾ ਤਜਰਬਾ ਬੋਲਦਾ ਜੀ। ਹਰਮਨ ਜੀ, ਭਾਰਤ ਦੇ ਵਿੱਚ ਨਾ ਜਦੋਂ ਰੱਜੇ ਪੁੱਜੇ ਲੋਕ ਆ, ਜਿਹਨਾਂ ਦੀ ਲੱਖ ਰੁਪਈਆ ਤਨਖਾਹ, ਉਹ ਵੀ 500 700 ਰੁਪਈਏ ਦੀ ਰਿਸ਼ਵਤ ਲੈਂਦੇ ਆ, ਤਾਂ ਜੀ ਕਰਦਾ ਰੱਜ ਕੇ ਲਾਣ ਤਾਂ ਪਾਈਏ। ਕਹਿੰਦੇ ਵੀ ਇੱਕ ਵਾਰੀ ਇੱਕ ਬੰਦਾ ਬਾਹਰੋਂ ਆਇਆ, ਉਹਨੂੰ ਇੱਥੇ ਆ ਕੇ ਪਤਾ ਲੱਗਾ ਭਾਰਤ ਦੇ ਵਿੱਚ ਆ ਕੇ ਵੀ ਭਾਰਤ ਦੇ ਵਿੱਚ ਰਿਸ਼ਵਤ ਨੂੰ ਚਾਹ ਪਾਣੀ ਵੀ ਕਹਿੰਦੇ ਆ। ਜਦੋਂ ਨਾ ਕਿਸੇ ਜਾਂਦੇ ਆ ਕਿਸੇ ਸਰਕਾਰੀ ਦਫ਼ਤਰ 'ਚ, ਤੇ ਇੱਕ ਬੰਦਾ ਕੋਈ ਲਾਲਚੀ ਜਿਹੇ ਨਜ਼ਰੀਏ ਨਾਲ ਕਹੂਗਾ, ਲੱਸੀ ਪਾਣੀ ਕਰ ਦਿੰਦੇ, ਲੱਸੀ ਪਾਣੀ ਕਰ ਦਿੰਦੇ, ਕਮਸ਼ੇ ਤੇ ਕਰਵਾ ਦਾਂਗੇ। ਅੱਛਾ, ਨਾਲੇ ਮੂੰਹ ਦੂਜੇ ਬੰਨੇ ਘੁਮਾਈ ਜਾਣਗੇ, ਨਾਲੇ ਕਹੀ ਜਾਣਗੇ ਭਰਾ ਤੇ ਭਰਾ ਜਾਣਦੇ ਨਾ ਸਿਰ। ਗੱਲ ਤਾਂ ਸਹੀ ਹੈ, ਪਰ ਜਿਹਨੂੰ ਆਦਤ ਪੈ ਜੇ ਉਹ ਆਦਤ ਛੁੱਟ ਨਹੀਂ ਸਕਦੀ। ਚਾਹੇ ਕਰੋੜਾਂ ਰੁਪਈਆ ਘਰ ਦੇ ਵਿੱਚ ਹੋਵੇ, ਚਾਹੇ ਲੱਖਾਂ ਰੁਪਈਆ ਤਨਖਾਹ ਹੋਵੇ, ਜਿਹਨੂੰ ਆਦਤ ਪੈ ਗਈ ਨਾ ਵੀ ਉਹਨੇ 10 ਰੁਪਏ ਦੀ ਠੱਗੀ ਵੀ ਮਾਰਨੋਂ ਨਹੀਂ ਗੁਰੇਜ਼ ਕਰਨਾ। ਬਹੁਤੀ ਵਾਰ ਲੋਕੀ ਕਹਿੰਦੇ ਆ ਪਰਸ ਮੇਰਾ ਗੱਡੀ 'ਚ ਰਹਿ ਗਿਆ, ਦਹੀਂ 20 ਰੁਪਏ। ਉਹਨਾਂ ਨੂੰ ਕਦੀ ਇਹ ਸ਼ਰਮ ਨਹੀਂ ਆਉਂਦੀ ਕਿ ਇੰਨੀ ਤਨਖਾਹ ਆ, ਜਿਹਦੇ ਤੋਂ ਮੰਗ ਰਹੇ ਹੋ ਤਾਂ ਵਿਚਾਰੀ ਤਨਖਾਹ ਵੀ ਕੁਝ ਵੀ ਨਹੀਂ। ਕਈ ਵਾਰ ਹੋ ਸਕਦਾ ਵੀ ਭਾਈ ਪਰਸ ਗੱਡੀ ਦੇ ਵਿੱਚ ਰਹਿ ਗਿਆ ਹੋਵੇ ਜੀ, ਇੱਕ ਵਾਰ ਰਹਿ ਸਕਦਾ, ਇੱਕ ਵਾਰੀ ਰਹਿ ਜਾਂਦਾ, 2 ਵਾਰੀ ਰਹਿ ਗਿਆ, 3 ਵਾਰੀ ਰਹਿ ਗਿਆ, 10 ਵਾਰੀ ਰਹਿ ਗਿਆ, ਪਰ ਜੇਕਰ ਗੱਡੀ ਦੇ ਵਿੱਚ ਹੀ ਰੱਖਣ ਨੂੰ ਪਰਸ ਰੱਖਿਆ ਹੋਵੇ ਤੇ ਫਿਰ ਉਹਦੇ ਉੱਤੇ ਹੈਰਾਨੀ ਹੁੰਦੀ ਆ ਜੀ। ਨਾਲੇ ਗੱਲ ਇਹ ਹੈ ਨਾ ਵੀ ਚਲੋ ਮੰਨ ਲਿਆ ਗੱਡੀ 'ਚ ਪਰਸ ਰਹਿ ਗਿਆ ਜਾਂ ਕਿਸੇ ਵੀ ਥਾਂ ਦੇ ਉੱਪਰ ਤੁਹਾਡਾ ਪੈਸਾ ਧੇਲਾ ਜਿਹੜਾ ਉਹ ਰਹਿ ਗਿਆ, ਤੇ ਜਿਹਦੇ ਤੋਂ ਪੈਸੇ ਲਏ ਘੱਟੋ ਘੱਟ ਅਗਲੇ ਦਿਨ ਉਹਨੂੰ ਮੋੜ ਤਾਂ ਦੋ। ਉਹਨੂੰ ਕਹੋ ਭਾਈ ਤੇਰਾ 20 ਰੁਪਏ ਤੇਰੇ ਤੋਂ ਲਏ ਸੀ, ਬਹੁਤ ਬਹੁਤ ਸ਼ੁਕਰੀਆ, ਔਖੇ ਵੇਲੇ ਤੂੰ ਸਾਰਿਆ, ਆ ਤੇਰੀ ਅਮਾਨਤ ਹੈ ਨਾ। ਉਦੋਂ ਹੋਰ ਹੀ ਗੱਲਾਂ ਕਰੀ ਜਾਣਗੇ। ਅੱਜ ਕੱਲ ਤਾਂ ਹਾਲਾਤ ਇਹੋ ਜਿਹੇ ਬਣ ਗਏ ਆ, ਕਿਸੇ ਦੇ ਨਾਲ ਰਿਸ਼ਤਾ ਵਿਗਾੜਨਾ ਹੋਵੇ ਨਾ, ਬੋਲ ਚਾਲ ਬੰਦ ਕਰਨੀ ਹੋਵੇ, ਉਹਨੂੰ ਪੈਸੇ ਦੇ ਦਿਓ। ਤੁਹਾਡੇ ਨਾਲ ਤਾਂ ਕਈ ਵਾਰੀ ਹੋਇਆ, ਇਹਨਾਂ ਨੇ ਲੀੜੇ ਸਿਉਂਤੇ ਸੀ ਕਈਆਂ ਦੇ, ਉਹ ਪੈਸੇ ਨਹੀਂ ਦਿੰਦੇ, 2.5 ਸਾਲ ਹੋ ਗਏ, ਨਿਆਣੇ ਵੀ ਵੱਡੇ ਹੋ ਗਏ। ਹਾਂ, ਕਈਆਂ ਦੇ ਵਿਆਹਾਂ ਦੇ ਸੂਟ ਸੀਤੇ ਸੀ, ਉਹਨਾਂ ਦੇ ਨਿਆਣੇ ਵੀ ਵਿਆਹਣ ਜੋਗੇ ਹੋ ਗਏ, ਤੇ ਹਾਲੇ ਉਹ ਦੀਦੀ ਕਹਿੰਦੇ ਆ, ਹਾਂ, ਤੇ ਭੈਣ ਦਾ ਹੱਕ ਖਾ ਗਏ ਜੀ। ਬਿਲਕੁਲ, ਪਤਾ ਨਹੀਂ ਕਿਵੇਂ ਪਚਦਾ ਹੋਊਗਾ। ਚਲੋ ਕੋਈ ਗੱਲ ਨਹੀਂ, ਟਾਣਾ ਸਾਹਿਬ ਜਿਹਨੂੰ ਆਦਤ ਪਈ ਆ ਉਹ ਛੁੱਟਣੀ ਨਹੀਂ ਕਦੇ। ਬਿਲਕੁਲ, ਇਹ ਗੱਲ ਤੁਹਾਡੀ ਸਹੀ ਆ ਵੀ ਜਿਹਨੂੰ ਆਦਤ ਪੈ ਜੇ ਨਾ ਕਮਿਸ਼ਨ ਖਾਣ ਦੀ, ਕੁੰਡੀ ਲਾਉਣ ਦੀ, ਉਹ ਕਦੇ ਟਿਕਾ ਨਹੀਂ ਰੱਖਦਾ। ਮੈਂ ਨਾ ਇੱਕ ਇਹੋ ਜਿਹੇ ਬੰਦੇ ਨੂੰ ਜਾਣਦਾ ਜਿਹੜਾ ਕਿ ਦੁੱਧ ਦੇ ਪੈਕਟ ਦੇ ਵਿੱਚੋਂ ਵੀ ਕਮਿਸ਼ਨ ਖਾ ਜਾਂਦਾ ਸੀ। ਇੱਕ ਮੇਰਾ ਬਾਹਰੋਂ ਆਉਂਦਾ ਸਾਥੀ, ਉਹਨੇ ਹਮੇਸ਼ਾ ਇੱਕ ਬੰਦੇ ਨੂੰ ਆਪਣੇ ਨਾਲ ਰੱਖਣਾ। ਉਹ ਬੰਦਾ ਉਹਨੂੰ ਕੁੰਡੀ ਲਾਉਂਦਾ ਤੇ ਉਹਨੂੰ ਵੀ ਪਤਾ ਮੈਨੂੰ ਕੁੰਡੀ ਲਾਉਂਦਾ, ਪਰ ਫਿਰ ਵੀ ਲੋੜ ਤਾਂ ਲੋੜ ਹੀ ਆ। ਜੇ ਮੰਨ ਲਓ ਉਹਨੇ ਕਿਹਾ ਨਾ ਵੀ 4 ਪੈਕਟ ਦੁੱਧ ਦੇ ਲੈ ਆ, ਤੇ ਉਹਨੇ ਜਿਹੜਾ 26 ਦਾ ਆਉਂਦਾ ਅੱਧਾ ਕਿਲੋ, ਤੇ ਉਹਨੇ 27 ਦਾ ਦੱਸਣਾ। ਪਾਣੀ ਦੀ ਬੋਤਲ 'ਚੋਂ 20 ਰੁਪਈਆ ਰੱਖਣਾ। ਹਾਲਾਂਕਿ ਇਹ ਕੋਈ ਵੱਡੀ ਗੱਲ ਨਹੀਂ ਉਹਦੇ ਲਈ, ਉਹ ਇੰਗਲੈਂਡ ਦੇ ਵਿੱਚੋਂ ਆਇਆ ਜਾਂ ਕੈਨੇਡਾ ਦੇ ਵਿੱਚੋਂ ਆਇਆ, ਉਹਦੇ ਇੱਥੇ $1 1 ਪਾਉਂਡ ਦੇ ਇੱਥੇ ਕਿੰਨੇ ਬਣਦੇ ਆ। ਪਰ ਇਹ ਤਾਂ ਆਪਣੀ ਇਮਾਨਦਾਰੀ ਦੀ ਗੱਲ ਆ ਵੀ ਅਸੀਂ ਅੰਦਰੋਂ ਕਿੰਨੇ ਕੁ ਪਵਿੱਤਰ ਆ। ਗੱਲ ਇਹ ਹੈ, ਉਸ ਬੰਦੇ ਨੂੰ ਇਹ ਵੀ ਸੋਚਣਾ ਚਾਹੀਦਾ ਕਿ 1 ਰੁਪਏ ਦਾ ਕਿਹੜਾ ਮਹਿਲ ਪਾਲੂਗਾ, 1 ਰੁਪਏ ਨਾਲ ਕਿਹੜੀ ਮਾਨਸਿਕ ਸ਼ਾਂਤੀ ਮਿਲ ਰਹੀ ਹੈ। ਜਦੋਂ ਕੱਟੇ ਨੂੰ ਰੱਸਾ ਚੱਬਣ ਦੀ ਆਦਤ ਪੈ ਜਾਂਦੀ, ਉਹਦਾ ਕਿਹੜਾ ਢਿੱਡ ਭਰਦਾ, ਪਰ ਉਹਨੂੰ ਆਦਤ ਆ, ਉਹਨੇ ਨਹੀਂ ਹਟਣਾਗਾ ਜੀ। ਪਰ ਗੰਦੀਆਂ ਆਦਤਾਂ ਬੰਦੇ ਨੂੰ ਛੱਡਣੀਆਂ ਚਾਹੀਦੀਆਂ ਨੇ। ਬਹੁਤ ਹੋ ਗਿਆ, ਕਿਉਂਕਿ ਜੋ ਅਸੀਂ ਕਰਦੇ ਆ, ਨਰਕ ਸਵਰਗ ਕੁਝ ਨਹੀਂ ਹੁੰਦਾ, ਇੱਥੇ ਹੀ ਭੁਗਤ ਕੇ ਸਾਰੀਆਂ ਜਾਣੀਆਂ ਪੈਂਦੀਆਂ। ਬਿਲਕੁਲ, ਤੇ ਮੈਨੂੰ ਨਾ ਇੱਕ ਗੱਲ ਹੋਰ ਚੇਤੇ ਆ ਗਈ ਵੀ ਸਾਡੀਆਂ ਸਰਕਾਰਾਂ, ਸਾਡੇ ਰਾਜਨੀਤਿਕ ਲੋਕਾਂ ਦੀ ਸੋਚ ਕਿਹੋ ਜਿਹੀ ਆ। ਦੇਖੋ, ਜਿਹੜੀ ਇਹ ਭਾਰਤ ਦੀ ਹਾਕੀ ਟੀਮ ਆ, ਇਹਦੇ ਵਿੱਚ 9 ਪੰਜਾਬੀ ਖਿਡਾਰੀ ਆ ਜਿਨ੍ਹਾਂ ਨੇ ਟੋਕੀਓ ਓਲੰਪਿਕ ਦੇ ਵਿੱਚ ਮੁਕਾਬਲਾ ਕੀਤਾ। ਭਾਵੇਂ ਉਹ ਹਾਰ ਗਏ ਆ ਸੈਮੀਫਾਈਨਲ ਦੇ ਵਿੱਚ, ਪਰ 9 ਖਿਡਾਰੀ ਪੰਜਾਬੀ ਉਹਦੇ ਵਿੱਚ। ਤੇ ਆਪਾਂ ਇਹ ਗੱਲ ਕਹਿੰਦੇ ਆ ਕਿ ਭਾਰਤੀ ਹਾਕੀ ਟੀਮ ਹੈ, ਬਹੁਤ ਵਧੀਆ ਗੱਲ ਆ। ਅਸੀਂ ਭਾਰਤੀ ਆ ਸਾਰੇ, ਅਸੀਂ ਪੰਜਾਬੀ ਹੋਣ ਦੇ ਉੱਤੇ ਮਾਣ ਕਰਦੇ ਆ। ਉਧਰ 9 ਖਿਡਾਰੀ ਪੰਜਾਬੀ ਆ, ਤੇ ਇਸ ਦੇ ਬਾਵਜੂਦ ਉਹ ਭਾਰਤੀ ਹਾਕੀ ਟੀਮ ਆ। ਇੱਧਰ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚੋਂ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਆ, ਪਰ ਇਹ ਸਿਰਫ ਪੰਜਾਬੀ ਅੰਦੋਲਨ ਆ। ਇਹ ਸਿਰਫ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਆ। ਵੀ ਸੋਚ ਕਿਹੋ ਜਿਹੀ ਬਣੀ ਪਈ ਆ ਸਾਡੀ। ਬਿਲਕੁਲ। ਟਾਣਾ ਸਾਹਿਬ, ਤੁਸੀਂ ਟੋਕੀਓ ਓਲੰਪਿਕਸ ਦੀ ਗੱਲ ਕੀਤੀ, ਕੁਝ ਖਿਡਾਰੀਆਂ ਦੇ ਬਾਰੇ 'ਚ ਵੀ ਹੁਣ ਗੱਲ ਕਰਦੇ ਆ। ਮੈਨੂੰ ਨਾ ਮਾਣ ਹੋਇਆ ਉਹਨਾਂ ਕੁੜੀਆਂ ਦੇ ਉੱਤੇ
ਜਿਨ੍ਹਾਂ ਨੇ ਹੁਣ ਤੱਕ ਇੰਨਾ ਵੱਡਾ ਨਾਮ ਨਾ ਖੱਟਿਆ। ਬਿਲਕੁਲ। ਬਹੁਤ ਸਾਰੇ ਲੋਕ ਇਹ ਗੱਲ ਕਹਿ ਦਿੰਦੇ ਵੀ ਚੀਨ ਸਾਡੇ ਕੋਲੋਂ ਖੇਡਾਂ ਦੇ ਮਾਮਲੇ 'ਚ ਅੱਗੇ ਕਿਉਂ ਆ, ਅਮਰੀਕਾ ਕਿਉਂ ਅੱਗੇ ਆ, ਆਸਟ੍ਰੇਲੀਆ ਅੱਗੇ ਕਿਉਂ ਆ, ਜਾਪਾਨ ਅੱਗੇ ਕਿਉਂ ਆ। ਵੀ ਯਾਰ ਉਹਨਾਂ ਨੇ ਖਿਡਾਰੀਆਂ ਦੇ ਲਈ ਕੀ ਨਹੀਂ ਕੀਤਾ, ਉਹਨਾਂ ਦੇਸ਼ਾਂ ਦੀਆਂ ਸਰਕਾਰਾਂ ਨੇ, ਤੇ ਸਾਡੇ ਦੇਸ਼ ਦੀ ਸਰਕਾਰ ਨੇ ਖਿਡਾਰੀਆਂ ਲਈ ਕੀ ਕੀਤਾ। ਇਹਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆ। ਸਾਡੇ ਦੇਸ਼ ਦੇ ਵਿੱਚ ਤਾਂ ਖਿਡਾਰੀ ਆ ਜਿਹੜੇ ਉਹ ਜਿੱਤਣ ਤੋਂ ਬਾਅਦ ਵੀ ਤਰਲੇ ਕੱਢਦੇ ਸਾਨੂੰ ਨੌਕਰੀ ਦੇ ਦਿਓ। ਇੱਕ ਨੌਕਰੀ ਦੇ ਲਈ ਪਤਾ ਨਹੀਂ ਕਿੰਨੇ ਮੈਡਲ ਤੇ ਕਿੰਨੇ ਤਰਲੇ ਚਾਹੀਦੇ ਆ। ਤੇ ਜੇਕਰ ਖਿਡਾਰੀਆਂ ਨੂੰ ਸ਼ੁਰੂ ਤੋਂ ਲੈ ਕੇ, ਜਿਵੇਂ ਕਿ ਚੀਨ ਦੇ ਵਿੱਚ ਆ, ਜਿਹੜੇ ਜਿਮਨਾਸਟਿਕ ਦੇ ਵੱਲ ਖਿਡਾਰੀ ਜਾਂਦੇ, ਨਿੱਕੀ ਨਿੱਕੀ ਉਮਰ ਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਸ਼ੁਰੂ ਹੋ ਜਾਂਦੀ ਆ, ਤੇ ਇਹੋ ਜੀ ਸਖਤ ਟ੍ਰੇਨਿੰਗ ਹੁੰਦੀ ਆ, ਇਹੋ ਜੀਆਂ ਸਰਕਾਰੀ ਸਹੂਲਤਾਂ ਮਿਲਦੀਆਂ ਵੀ ਪੁੱਛੋ ਕੁਛ ਨਾ। ਆ ਹੁਣ ਹਾਕੀ ਦੀ ਟੀਮ ਆ ਕੁੜੀਆਂ ਦੀ, ਇਹਦੇ ਬਾਰੇ ਅੱਜ ਮੈਂ ਵੇਰਵਾ ਪੜਿਆ ਤੇ ਮੈਂ ਤਾਂ ਭਾਵੁਕ ਹੋ ਗਿਆ। ਜਿਹੜੀ ਰਾਣੀ ਰਾਮਪਾਲ ਆ, ਇਹ ਕੁਰੂਕਸ਼ੇਤਰ ਵੱਲ ਦੀ ਆ, ਜਿਹੜੀ ਐਤਕੀ ਭਾਰਤੀ ਕੁੜੀਆਂ ਦੀ ਹਾਕੀ ਟੀਮ ਦੇ ਵਿੱਚ ਆ। ਉਸ ਕੁੜੀ ਦਾ ਬਾਪ ਆ ਜਿਹੜਾ ਉਹ ਟਾਂਗਾ ਚਲਾਉਂਦਾ ਰਿਹਾ, 80 ਰੁਪਏ ਦਿਹਾੜੀ ਦੇ ਉੱਤੇ ਕੰਮ ਕਰਦਾ ਰਿਹਾ। ਉਹਦੇ 2 ਭਰਾ, ਉਹਨਾਂ ਦੇ ਵਿੱਚੋਂ ਇੱਕ ਕਰਿਆਨੇ ਵਾਲੀ ਦੁਕਾਨ ਚਲਾਉਂਦਾ, ਤੇ ਹਾਕੀ ਦੇ ਨਾਲ ਦੂਰ ਦੂਰ ਦਾ ਰਿਸ਼ਤਾ ਵੀ ਨਹੀਂ ਸੀਗਾ, ਪਰ ਇਸ ਦੇ ਬਾਵਜੂਦ ਉਹਨੇ ਹਾਕੀ ਨੂੰ ਚੁਣਿਆ। ਤੇ ਇੱਕ ਵਾਰੀ ਉਹਨੂੰ ਨਾ ਕਿਸੇ ਨੇ ਕਿਹਾ ਜੀ ਕਿ ਤੂੰ ਫਲਾਣੀ ਥਾਂ ਦੇ ਤੋਂ ਟ੍ਰੇਨਿੰਗ ਲੈ ਲਾ, ਉੱਥੋਂ ਕੋਚਿੰਗ ਲੈ ਲਾ। ਕੋਚ ਨੇ ਉਹਨੂੰ ਇਹ ਗੱਲ ਕਹੀ ਵੀ ਨਹੀਂ, ਤੂੰ ਬੜੀ ਪਤਲੀ ਜੀ ਆ, ਤੂੰ ਨਹੀਂ ਇਹਦੇ ਵਿੱਚ ਸਫਲ ਹੋ ਸਕਦੀ। ਪਰ ਉਹ ਕੁੜੀ ਹਰ ਰੋਜ਼ ਉੱਥੇ ਜਾਣ ਲੱਗ ਪਈ। ਉਹ ਸੋਚਦੀ ਸੀ ਭਾਵੇਂ ਮੈਨੂੰ ਜਲੀਲ ਜਿੰਨਾ ਮਰਜ਼ੀ ਕਰ ਲੈਣ, ਪਰ ਮੈਂ ਵਾਰ-ਵਾਰ ਇੱਥੇ ਆਉਂਗੀ, ਮੈਂ ਕੁਝ ਨਾ ਕੁਝ ਸਿੱਖਣਾ। ਫਿਰ ਉਹਨੂੰ ਇੱਕ ਦਿਨ ਕੋਚ ਨੇ ਕਿਹਾ ਵੀ ਹਰ ਰੋਜ਼ ਨਾ ਤੂੰ ਅੱਧਾ ਲੀਟਰ ਦੁੱਧ ਲੈ ਕੇ ਆਇਆ ਕਰ ਤੇ ਮੇਰੇ ਸਾਹਮਣੇ ਪੀਆ ਕਰ। ਪਰ ਘਰ ਦੀ ਆਰਥਿਕ ਹਾਲਤ ਇੰਨੀ ਮਾੜੀ ਵੀ 200 ਗ੍ਰਾਮ ਦੁੱਧ ਬੜੀ ਮੁਸ਼ਕਿਲ ਨਾਲ ਆਉਂਦਾ ਸੀ, 300 ਗ੍ਰਾਮ ਉਹਦੇ 'ਚ ਪਾਣੀ ਪਾਉਂਦੀ ਸੀ ਤੇ ਅੱਧਾ ਲੀਟਰ ਦੁੱਧ ਲੈ ਕੇ ਜਾਂਦੀ ਸੀ। ਤੇ ਇਸ ਹਾਲਾਤ ਦੇ ਵਿੱਚ ਉਹ ਇੱਥੋਂ ਤੱਕ ਪਹੁੰਚੀ ਆ, ਜਿਹੜੀ ਗੁਰਜੀਤ ਕੌਰ ਪੰਜਾਬੀਆਂ ਦਾ ਮਾਣ ਆ, ਜਿਹਨੇ ਗੋਲ ਕਰਕੇ ਕਮਾਲ ਕੀਤੀ। ਤੇ ਉਸ ਕੁੜੀ ਦੇ ਬਾਬਤ ਪਤਾ ਲੱਗਾ ਜੀ, ਉਹਦੇ ਪਿਤਾ ਜੀ ਨੇ, ਸਤਿਕਾਰਯੋਗ ਪਿਤਾ ਜੀ ਨੇ, ਆਪਦੀ ਮੋਟਰਸਾਈਕਲ ਵੇਚ ਕੇ ਤੇ ਧੀ ਦੇ ਲਈ ਹਾਕੀ ਦੀ ਕਿੱਟ ਲੈ ਕੇ ਦਿੱਤੀ ਆ। ਤੇ ਹਾਲੇ ਅਸੀਂ ਇਹ ਗੱਲ ਕਹਿੰਦੇ ਆ ਵੀ ਭਾਈ ਅਸੀਂ ਬਾਹਰਲੇ ਮੁਲਕਾਂ ਵਰਗੇ ਕਿਉਂ ਨਹੀਂ ਬਣਦੇ, ਇਹੋ ਜਿਹੀਆਂ ਤੰਗੀਆਂ ਤੁਰਸ਼ੀਆਂ ਦੇ ਵਿੱਚ ਜੂਝਦੇ ਆ। ਜਿੰਨੀ ਵੀ ਪ੍ਰਾਪਤੀ ਹਾਸਲ ਕੀਤੀ ਜਾਵੇ ਉਹ ਛੋਟੀ ਨੂੰ ਵੱਡੀ ਬਣਾਉਣਾ ਚਾਹੀਦਾ। ਬਿਲਕੁਲ। ਔਰ ਜਿਹੜੀ ਗੁਰਜੀਤ ਕੌਰ ਹੈ, ਕਿਸਾਨੀ ਪਰਿਵਾਰ ਦੇ ਨਾਲ ਸੰਬੰਧਿਤ ਹੈ, ਪਰਿਵਾਰ ਦਾ ਦੂਰ ਦੂਰ ਤੱਕ ਹਾਕੀ ਨਾਲ ਕੋਈ ਸੰਬੰਧ ਨਹੀਂ ਹੈ ਟਾਣਾ ਸਾਹਿਬ। ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਹਾਂ ਭਾਰਤੀ ਟੀਮ ਦੀ ਡਿਫੈਂਡਰ ਸਲੀਮਾ ਟੇਟੇ ਦੀ। ਇਹ ਝਾਰਖੰਡ ਦੀ ਰਹਿਣ ਵਾਲੀ ਹੈ, ਔਰ ਤੁਸੀਂ ਇਹ ਵੇਖੋ ਪਰਿਵਾਰ ਅੱਜ ਵੀ ਕੱਚੇ ਘਰ ਦੇ ਵਿੱਚ ਰਹਿੰਦਾ, ਪੱਕਾ ਘਰ ਨਹੀਂ ਹੈਗਾ ਇਹਨਾਂ ਕੋਲ, ਔਰ 5 ਭੈਣਾਂ, 1 ਭਰਾ। ਜਿਸ ਤੋਂ ਬਾਅਦ ਚ ਬੰਗਲੌਰ ਦੇ ਵਿੱਚ ਭੈਣ ਨੇ ਜਿਹੜਾ ਮੇਡ ਦਾ ਕੰਮ ਕਰਦੀ ਹੈ, ਇਹਦੀ ਭੈਣ ਜਿਹੜੀ ਸਲੀਮਾ ਦੀ, ਉਹਨੇ ਵੱਡੀ ਭੈਣ ਨੇ ਮੇਡ ਦਾ ਕੰਮ ਕੀਤਾ, ਲੋਕਾਂ ਦੇ ਘਰਾਂ ਦੇ ਵਿੱਚ ਰੋਟੀ ਟੁੱਕ ਬਣਾਉਣ ਦਾ ਕੰਮ ਕੀਤਾ, ਤਾਂ ਜੋ 4 ਰੁਪਏ ਆਉਣ ਤੇ ਆਪਦੀ ਛੋਟੀ ਭੈਣ ਨੂੰ ਮੈਂ ਹਾਕੀ ਦੀ ਕਿੱਟ ਲੈ ਕੇ ਦੇ ਸਕਾਂ। ਵਾਹ, ਕੀ ਬਾਤ ਹੈ। ਤੇ ਹੁਣ ਸਲੀਮਾ ਨੂੰ ਸਰਕਾਰੀ ਨੌਕਰੀ ਮਿਲੀ ਹੈ। ਉਸ ਤੋਂ ਅੱਗੇ ਵਧਦੇ ਹਾਂ ਜੀ, ਵੰਦਨਾ ਕਟਾਰੀਆ। ਇਹ ਜਿਹੜੀ ਕੁੜੀ ਹੈ ਹਰਿਦੁਆਰ ਦੀ ਰਹਿਣ ਵਾਲੀ ਹੈ, ਔਰ ਦਰਖਤ ਦੇ ਡੰਡਿਆਂ ਦੇ ਨਾਲ ਹਾਕੀ ਖੇਡਦੀ ਰਹੀ। ਜਿਵੇਂ ਅਸੀਂ ਨਿੱਕੇ ਹੁੰਦੇ ਨਾ ਖਿੱਦੋ ਖੂੰਡੀ ਖੇਡਦੇ ਰਹੇ ਆ, ਕੋਈ ਮੁੜੀ ਜੀ ਟਾਹਣੀ ਤੋੜ ਲੈਣੀ ਤੇ ਉਹਦੇ ਨਾਲ ਖੇਡਣਾ, ਉਸ ਤਰੀਕੇ ਦੇ ਨਾਲ ਅਭਿਆਸ ਕਰਦੀ ਰਹੀ ਹੈ ਕੁੜੀ। ਬਿਲਕੁਲ ਸਹੀ। ਔਰ ਫਿਰ ਡਿਫੈਂਡਰ ਨਿਸ਼ਾ ਵਾਰਸੀ, ਇਹਦੇ ਜਿਹੜੇ ਪਿਤਾ ਨੇ ਸੋਹਰਾਬ ਅਹਿਮਦ, ਉਹ ਦਰਜ਼ੀ ਦਾ ਕੰਮ ਕਰਦੇ ਨੇ। 2015 ਦੇ ਵਿੱਚ ਉਹਨਾਂ ਨੂੰ ਲਕਵਾ ਹੋ ਗਿਆ ਸੀ, ਜਿਹਦੇ ਕਰਕੇ ਉਹਨਾਂ ਨੇ ਕੰਮ ਛੱਡ ਦਿੱਤਾ, ਪਰ ਫਿਰ ਵੀ ਇਹ ਕੁੜੀ ਜਿਹੜੀ ਆ ਉਹ ਡਟੀ ਰਹੀ। ਜਜ਼ਬੇ ਨੂੰ ਸਲਾਮ ਜੀ। ਫਿਰ ਨੇਹਾ ਗੋਇਲ, ਇਹ ਕੁੜੀ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਬੂਟਾਂ ਤੇ ਕੱਪੜਿਆਂ ਦੇ ਲਈ ਹਾਕੀ ਖੇਡਣੀ ਸ਼ੁਰੂ। ਬਿਲਕੁਲ। ਜਿਹੜੀ ਨਿਸ਼ਾ ਗੋਇਲ ਆ ਨਾ, ਇਹਦੇ ਕੋਲੇ ਸਹੂਲਤਾਂ ਦੀ ਘਾਟ ਸੀ, ਤੇ ਇਹਨੂੰ ਇਹਦੇ ਗੁਆਂਢੀਆਂ ਨੇ, ਇਹਨੂੰ ਇਹਦੀਆਂ ਜਮਾਤੜਾਂ ਨੇ ਇਹ ਗੱਲ ਕਹੀ ਵੀ ਤੂੰ ਨਾ ਹਾਕੀ ਦੇ ਵਿੱਚ ਆ ਜਾ, ਤੈਨੂੰ ਬੂਟ ਮਿਲਣਗੇ, ਤੈਨੂੰ ਕੱਪੜੇ ਮਿਲਿਆ ਕਰਨਗੇ, ਲੀੜੇ ਮਿਲਿਆ ਕਰਨਗੇ। ਤੇ ਇਸ ਲਾਲਚ ਦੇ ਵਿੱਚ ਉਹ ਇਸ ਖੇਡ ਦੇ ਵੱਲ ਆਈ। ਤੇ ਇਹ ਦੇਖੋ ਜੀ ਕਿ ਅਸੀਂ ਚੀਨ ਦੇ ਬਰਾਬਰ, ਅਸੀਂ ਜਾਪਾਨ ਦੇ ਬਰਾਬਰ ਤਮਗਾ ਸੂਚੀ ਦੇ ਵਿੱਚ ਕਿਵੇਂ ਆ ਸਕਦੇ, ਸੋਚਣ ਵਿਚਾਰਨ ਵਾਲੀ ਗੱਲ ਇਹ ਹੈ। ਬਿਲਕੁਲ। ਪਰ ਮੈਂ ਇਹ ਕਹਿੰਦੀ ਹਾਂ ਟਾਣਾ ਸਾਹਿਬ ਕਿ ਸਾਰੇ ਮੁਲਕਾਂ ਤੋਂ ਮੋਹਰੀਆਂ ਸੀ, ਕਿਉਂਕਿ ਜੋ ਕੁਝ ਹੰਡਾ ਕੇ ਇੱਥੋਂ ਤੱਕ ਕੁੜੀਆਂ ਪਹੁੰਚੀਆਂ ਨੇ, ਜਿਸ ਤਰੀਕੇ ਦੇ ਨਾਲ ਇੰਨੇ ਸਾਲ ਪੁਰਾਣੇ ਰਿਕਾਰਡ ਇਹਨਾਂ ਨੇ ਤੋੜ ਦਿੱਤੇ, ਔਰ ਜਿਵੇਂ ਦਾ ਵਧੀਆ ਪ੍ਰਦਰਸ਼ਨ ਇਹਨਾਂ ਨੇ ਕਰਕੇ ਦਿਖਾਇਆ। ਕੱਲੀਆਂ ਕੁੜੀਆਂ ਹੀ ਨਹੀਂ, ਚਾਹੇ ਉਹ ਮੁੰਡਿਆਂ ਦੀ ਗੱਲ ਕਰ ਲਈਏ, ਚਾਹੇ ਉਹ ਕਿਸੇ ਵੀ ਖੇਡ ਦੀ ਗੱਲ ਕਰ ਲਈਏ, ਜਿਸ ਤਰੀਕੇ ਦੇ ਨਾਲ ਭਾਰਤੀ ਖਿਡਾਰੀ ਉੱਥੇ ਡਟੇ ਹੋਏ ਨੇ ਤੇ ਚੰਗਾ ਪ੍ਰਦਰਸ਼ਨ ਕਰ ਰਹੇ ਨੇ, ਉਹਨਾਂ ਸਾਰਿਆਂ ਨੂੰ ਸਲਾਮ ਹੈ। ਦੇਖੋ, ਜਿੱਤ ਹਾਰ ਤਾਂ ਬਣੀ ਆਈ ਹੈ ਜੀ, ਪਰ ਜਿਹੜੇ ਹਾਲਾਤ ਦੇ ਵਿੱਚ ਅਸੀਂ ਖੇਡਦੇ ਹਾਂ ਤੇ ਜਿਹੜੇ ਹਾਲਾਤ ਦੇ ਵਿੱਚ ਸਾਡੇ ਅਭਿਆਸ ਹੋਏ ਆ, ਤੇ ਉਹ ਗੱਲ ਵੀ ਬਹੁਤ ਵੱਡੀ ਬਾਣੇ ਰੱਖਣ ਵਾਲੀ ਆ। ਅਸੀਂ 올림픽 ਦੇ ਵਿੱਚ ਪਹੁੰਚ ਗਏ, 올림픽 ਦੇ ਵਿੱਚ ਅਸੀਂ ਸੈਮੀਫਾਈਨਲ ਤੱਕ ਪਹੁੰਚ ਗਏ, ਕੋਈ ਫਾਈਨਲ ਦੇ ਵਿੱਚ ਹਾਰ ਗਿਆ। ਇੱਕ ਜਣੇ ਨੇ ਜਿੱਤਣਾ ਹੁੰਦਾ, ਇੱਕ ਟੀਮ ਨੇ ਹਾਰਨਾ ਹੁੰਦਾ, ਪਰ ਜਿਹੜਾ ਹਾਰਨ ਵਾਲਾ ਉਹ ਵੀ ਬਲਵਾਨ ਹੁੰਦਾ। ਆਮ ਬੰਦੇ ਨਹੀਂ ਉੱਥੇ ਚਲੇ ਜਾਂਦੇ। ਸੋ ਇਸ ਕਰਕੇ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਵੀ ਲੈ ਆ ਕਮਲਪ੍ਰੀਤ ਕੌਰ ਤਾਂ ਡਿਸਕਸ ਥਰੋ ਦੇ ਵਿੱਚ 6ਵੇਂ ਨੰਬਰ ਤੇ ਰਹਿ ਗਈ, ਉਹਦਾ 6ਵਾਂ ਨੰਬਰ ਆ ਨਾ ਜਿਹੜਾ, ਉਹਨੂੰ ਤੁਸੀਂ ਪਹਿਲਾਂ ਮੰਨੋ, ਕਿਉਂਕਿ ਭਾਰਤ ਤਾਂ ਇਸ ਵੇਲੇ ਤਗਬਾ ਸੂਚੀ ਦੇ ਵਿੱਚ ਹੈਗਾ 63ਵੇਂ 64ਵੇਂ ਨੰਬਰ ਤੇ, ਤੇ ਇਹ ਕੁੜੀ ਹੈਗੀ 6ਵੇਂ ਨੰਬਰ ਤੇ। ਤੇ ਇਹ ਦੱਸੋ ਜੀ ਕਿ ਇਹਦੀ ਛੋਟੀ ਪ੍ਰਾਪਤੀ ਆ।
ਨਾਲੇ ਜਿਹੜੇ ਘਰ ਦੇ ਵਿੱਚੋਂ ਉੱਠ ਕੇ ਜਿਸ ਤਰੀਕੇ ਨਾਲ ਚਾਹੇ ਸਹੂਲਤਾਂ ਨਹੀਂ ਵੀ ਸੀ ਫਿਰ ਵੀ ਉਹ ਕੁੜੀ ਆਪਣੇ ਬਲਬੂਤੇ ਦੇ ਉੱਪਰ ਇਹ ਸਾਰਾ ਕੁਝ ਕਰ ਗਈ। ਔਰ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ ਵੀ ਜਿੰਨੇ ਖਿਡਾਰੀ ਨੇ ਇਹਨਾਂ ਦੇ ਜਿਹੜੇ ਕੋਚ ਸਹਿਬਾਨ ਇਹਨਾਂ ਦੇ ਪਿੱਛੇ ਲੱਗੇ ਹੋਏ ਨੇ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਹਨਾਂ ਨੂੰ ਮਿਹਨਤ ਕਰਾਈ ਉਹਨਾਂ ਸਾਰਿਆਂ ਨੂੰ ਵੀ ਸਲਾਮ ਹੈ ਵੀ ਉਹਨਾਂ ਨੇ ਇਹ ਨਹੀਂ ਵੇਖਿਆ ਵੀ ਕਿਹਦੇ ਕਿਹੋ ਜਿਹੇ ਹਾਲਾਤ ਨੇ, ਉਹਨਾਂ ਨੇ ਡਟ ਕੇ ਇਹਨਾਂ ਬੱਚਿਆਂ ਤੋਂ ਮਿਹਨਤ ਕਰਵਾਈ ਇੱਥੋਂ ਤੱਕ ਪਹੁੰਚਾਇਆ। ਸੋ ਉਹਨਾਂ ਸਾਰੇ ਖਿਡਾਰੀਆਂ ਨੂੰ ਸਾਰੇ ਕੋਚ ਸਹਿਬਾਨਾਂ ਨੂੰ 100 ਵਾਰ ਸਲਾਮ ਕਰਨੀ ਬਣਦੀ ਹੈ ਕਿ ਤੁਸੀਂ ਇੱਥੋਂ ਤੱਕ ਪਹੁੰਚ ਗਏ। ਬਿਲਕੁਲ ਜੀ, ਇਹਨਾਂ ਸਾਰੇ ਕੋਚਾਂ ਨੂੰ ਵੀ ਸਲਾਮ ਕਰਨੀ ਬਣਦੀ ਹੈ, ਇਹਨਾਂ ਦੇ ਮਾਪਿਆਂ ਨੂੰ ਵੀ ਸਲਾਮ ਕਰਨੀ ਬਣਦੀ ਹੈ, ਇਹਨਾਂ ਖਿਡਾਰੀਆਂ ਦੇ ਦ੍ਰਿੜਤਾ ਨੂੰ, ਇਹਨਾਂ ਦੇ ਅਕੀਦੇ ਨੂੰ, ਇਹਨਾਂ ਦੀ ਸੋਚ ਨੂੰ, ਇਹਨਾਂ ਦੇ ਜਜ਼ਬੇ ਨੂੰ ਸਲਾਮ ਕਰਨੀ ਬਣਦੀ ਹੈ। ਤੇ ਇੱਕ ਮੇਰੀ ਹੱਥ ਜੋੜ ਕੇ ਇਹਨਾਂ ਨੂੰ ਬੇਨਤੀ ਹੈ ਵੀ ਜਦੋਂ ਤੁਸੀਂ ਉੱਥੇ ਜਿੱਤੋ ਜਾਂ ਮੁਕਾਬਲੇ ਤੋਂ ਬਾਹਰ ਹੋਵੋ ਇੱਕ ਵਾਰੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਹਿ ਦਿਆ ਕਰੋ। ਵਾਹ ਮੇਰਾ ਨੇ ਚਿੱਤ ਕਰਦਾ ਵੀ ਜੇ ਕਿਤੇ ਮੇਰਾ ਵਸ ਚੱਲਦਾ ਹੋਵੇ ਤੇ ਮੈਂ ਉੱਥੇ ਹੋਵਾਂ ਤੇ ਮੈਂ ਝੰਡਾ ਲੈ ਕੇ ਗੱਲ ਕਵਾਂ ਵੀ ਇਹ ਕਿਸਾਨ ਮਜ਼ਦੂਰ ਏਕਤਾ ਵਾਲਾ। ਇੱਕ ਪਾਸੇ ਜੇਕਰ ਸਾਨੂੰ ਤਿਰੰਗੇ ਦੇ ਉੱਤੇ ਮਾਣ ਆ, ਦੂਜੇ ਪਾਸੇ ਸਾਨੂੰ ਕਿਸਾਨੀ ਝੰਡੇ ਦੇ ਉੱਤੇ ਵੀ ਮਾਣ ਆ। ਜੇਕਰ ਜਦੋਂ ਅਸੀਂ ਵਾਪਸ ਆਉਨੇ ਆ ਇੱਥੇ ਉਤਰਨ ਸਾਰ ਵੀ ਕਿਸਾਨੀ ਤੇ ਮਜ਼ਦੂਰਾਂ ਦੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਇਹ ਉਹਨਾਂ ਲੋਕਾਂ ਦੀਆਂ ਦੁਆਵਾਂ ਦੇ ਸਦਕਾ ਵੀ ਆ, ਉਹਨਾਂ ਲੋਕਾਂ ਦੇ ਵੱਲੋਂ ਪੈਦਾ ਕੀਤੇ ਗਏ ਅੰਨ ਦੇ ਸਦਕਾ ਵੀ ਆ। ਕਿਉਂਕਿ ਜੇਕਰ ਉਹ ਧਰਤੀ ਦੀ ਹਿੱਕ ਚੀਰ ਕੇ ਵਿੱਚ ਬੀਜ ਨਾ ਬੀਜਦੇ ਤਾਂ ਫਿਰ ਅਸੀਂ ਖਾਂਦੇ ਕੀ, ਤੇ ਜੇਕਰ ਖਾਂਦੇ ਨਾ ਤੇ ਅਸੀਂ ਖੇਡਦੇ ਕਿਵੇਂ, ਜੇਕਰ ਖੇਡਦੇ ਨਾ ਤਾਂ ਉੱਥੇ ਜਾਂਦੇ ਕਿਵੇਂ। ਇਸ ਕਰਕੇ ਉਹਨਾਂ ਕਿਰਤੀਆਂ ਨੂੰ ਵੀ ਸਲਾਮ ਆ। ਬਿਲਕੁਲ ਸਹੀ। ਹਰਮਨ ਜੀ, ਕੱਲ ਬਲਵੰਤ ਸਿੰਘ ਰਾਮੂਵਾਲੀਆ ਭਾਵੁਕ ਹੋ ਗਏ ਜੀ, ਅੱਖਾਂ ਦੇ ਵਿੱਚੋਂ ਅਥਰੂ। ਆਪਣੀ ਪਤਨੀ ਦੇ ਨਾਲ ਬੈਠ ਕੇ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਮੋਹਾਲੀ ਵਾਲੀ ਕੋਠੀ ਦੇ ਵਿੱਚ। ਕਹਿੰਦੇ ਵੀ ਗੱਦਾਰੀ ਹੋ ਗਈ ਮੇਰੇ ਨਾਲ, ਕਹਿੰਦੇ ਧੀ ਨੇ ਪਿੱਠ ਦੇ ਵਿੱਚ ਮੇਰੇ ਵੀ ਛੁਰਾ ਮਾਰਿਆ ਤੇ ਕਿਸਾਨੀ ਦੀ ਪਿੱਠ ਦੇ ਵਿੱਚ ਵੀ ਛੁਰਾ ਮਾਰਿਆ ਜੀ। ਪਤਾ ਨਹੀਂ ਲੱਗਦਾ ਵੀ ਇਹਦੇ ਵਿੱਚ ਅਸੀਂ ਕੀ ਟਿੱਪਣੀ ਕਰੀਏ ਤੇ ਕੀ ਨਾ ਕਰੀਏ। ਪਰ ਮੈਨੂੰ ਇੱਕ ਗੱਲ ਚੇਤੇ ਆ ਰਹੀ ਹੈ ਵੀ ਜਿਵੇਂ ਹੁਣ ਅਮਨਜੋਤ ਕੌਰ ਰਾਮੂਵਾਲੀਆ ਨੇ ਇੱਕਦਮ ਪਲਟੀ ਮਾਰੀ ਹੈ ਤੇ ਭਾਜਪਾ ਦੇ ਵਿੱਚ ਦਾਖਲਾ ਲੈ ਲਿਆ। ਕਿਸੇ ਵੇਲੇ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਲੋਕ ਵੀ ਹੈਰਾਨ ਹੋ ਗਏ ਸੀ ਵੀ ਰਾਮੂਵਾਲੀਆ ਸਾਹਿਬ ਰਾਤੋਂ ਰਾਤੀ ਜਾ ਕੇ ਤੇ ਯੂਪੀ ਦੇ ਵਿੱਚ ਜੇਲ੍ਹ ਮੰਤਰੀ ਕਿਵੇਂ ਬਣ ਗਏ, ਸਮਾਜਵਾਦੀ ਪਾਰਟੀ ਦੇ ਵਿੱਚ ਸ਼ਾਮਿਲ ਕਿਵੇਂ ਹੋ ਗਏ। ਸੋ ਅੱਜ ਰਾਮੂਵਾਲੀਆ ਸਾਹਿਬ ਅਮਨਜੋਤ ਕੌਰ ਤੇ ਹੈਰਾਨ ਆ। ਕਿਸੇ ਵੇਲੇ ਪੰਜਾਬ ਦੇ ਲੋਕ ਰਾਮੂਵਾਲੀਆ ਸਾਹਿਬ ਦੇ ਉੱਤੇ ਹੈਰਾਨ ਹੋਏ, ਪਰ ਰਾਮੂਵਾਲੀਆ ਸਾਹਿਬ ਨੇ ਕਈ ਕੰਮ ਚੰਗੇ ਵੀ ਕੀਤੇ ਆ, ਇਹਦੇ ਵਿੱਚ ਕੋਈ ਦੋ ਰਾਇ ਨਹੀਂ। ਰਾਮੂਵਾਲੀਆ ਹੋਰਾਂ ਨੂੰ ਬੋਲਣਾ ਆਉਂਦਾ, ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਕਰਨੈਲ ਸਿੰਘ ਪਾਰਸ ਜਿਹੜੇ ਬਹੁਤ ਮਹਾਨ ਕਵੀਸ਼ਰ ਆ, ਉਹਨਾਂ ਦਾ ਵੀ ਆਪਾਂ ਜਾਣਦੇ ਆ, ਬਹੁਤ ਵੱਡਾ ਨਾਂ ਤੇ ਬਹੁਤ ਵੱਡੀ ਦੇਣ ਆ। ਇਹ ਸਾਰਾ ਪਰਿਵਾਰ ਆ ਜਿਹੜਾ ਉਹ ਭਾਸ਼ਣ ਕਲਾ ਦੇ ਵਿੱਚ, ਕਵੀਸ਼ਰੀ ਕਲਾ ਦੇ ਵਿੱਚ ਨਿਪੁੰਨ ਆ। ਰਾਮੂਵਾਲੀਆ ਦੇ ਨਾਂ ਦੇ ਨਾਲ ਕਈ ਕਿਸਮ ਦੀਆਂ ਗੱਲਾਂ ਜੁੜਦੀਆਂ, ਪਰ ਜਿਸ ਤਰੀਕੇ ਦੇ ਨਾਲ ਕੱਲ ਉਹ ਭਾਵੁਕ ਹੋਏ, ਜਿਵੇਂ ਉਹ ਰੋਏ, ਜਿਵੇਂ ਉਹਨਾਂ ਨੇ ਆਪਣੀ ਦਰਦ ਕਹਾਣੀ ਬਿਆਨ ਕੀਤੀ ਤੇ ਉਹ ਕਹਿੰਦੇ ਮੇਰਾ ਹੁਣ ਮੇਰੀ ਧੀ ਦੇ ਨਾਲ ਕੋਈ ਰਿਸ਼ਤਾ ਨਹੀਂਗਾ। ਬਿਲਕੁਲ ਸਹੀ ਗੱਲ ਹੈ, ਹੁਣ ਤਾਂ ਗੱਲ ਖਤਮ ਹੋ ਗਈ ਹੈ ਜੀ। ਨਾ ਧੀ ਮੇਰਾ ਫੋਨ ਚੱਕਦੀ ਹੈ, ਨਾ ਜਵਾਈ ਫੋਨ ਚੱਕਦਾ, ਮੈਂ ਕਰਾਂ ਤਾਂ ਕੀ ਕਰਾਂ। ਬਿਲਕੁਲ ਸਹੀ ਹੈ। ਕੱਲ ਕਿਉਂਕਿ ਆਪਾਂ ਸਾਰੇ ਜਾਣਦੇ ਆ ਟਾਣਾ ਸਾਹਿਬ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਵੀ ਗੁਰਪੁਰਬ ਸੀ, ਜਿਸ ਤੋਂ ਬਾਅਦ ਵਿੱਚ ਉਹ ਕਹਿੰਦੇ ਕਿ ਮੇਰੀ ਬਹੁਤ ਆਸਥਾ ਹੈ ਉਹਨਾਂ ਦੇ ਵਿੱਚ, ਪੰਜੋਖੜਾ ਸਾਹਿਬ ਦੇ ਵਿੱਚ ਸਾਡੀ ਬਹੁਤ ਆਸਥਾ ਹੈ ਤੇ ਮੈਂ ਕਸਮ ਖਾ ਕੇ ਵੀ ਇਹ ਗੱਲ ਕਹਿ ਸਕਦਾ ਕਿ ਸਾਡੇ ਨਾਲ ਪਰਿਵਾਰ ਦੇ ਕਿਸੇ ਜੀ ਦੇ ਨਾਲ ਮੇਰੀ ਧੀ ਨੇ ਸਲਾਹ ਵੀ ਨਹੀਂ ਕੀਤੀ ਸੀ ਕਿ ਉਹ ਭਾਜਪਾ 'ਚ ਜਾ ਰਹੀ ਹੈ। ਉਹਨਾਂ ਨੇ ਆਪਣੀ ਧੀ ਨਾਲ ਵੀ ਸਲਾਹ ਨਹੀਂ ਕੀਤੀ। ਉਹ ਕਹਿੰਦੇ ਵੀ ਜਿਹੜੀ ਮੇਰੀ ਦੋਤੀ ਹੈ ਨਾ ਉਹ ਬਹੁਤ ਵੱਡੀ ਡਾਕਟਰ ਆ, ਉਹਦੇ ਨਾਲ ਵੀ ਨਹੀਂ ਸਲਾਹ ਕੀਤੀ ਗਈ ਜੀ। ਸੋ ਉਹਨਾਂ ਨੇ ਕਿਹਾ ਜੀ ਕਿ ਮੈਂ ਤਾਂ ਇਸ ਗੱਲ ਤੇ ਭੁਚੱਕਾ ਰਹਿ ਗਿਆ ਵੀ ਭਾਈ ਆ ਕਰ ਕੀ ਦਿੱਤਾ। ਬਿਲਕੁਲ ਸਹੀ। ਦੇਖੋ ਕੋਈ ਵੀ ਕਿਸੇ ਵੀ ਪਾਰਟੀ ਦੇ ਵਿੱਚ ਜਾਵੇ, ਕੋਈ ਵੀ ਕਿਸੇ ਪਾਰਟੀ ਨੂੰ ਛੱਡ ਦੇਵੇ, ਇਹ ਹਰੇਕ ਦਾ ਆਪਣਾ ਨਿੱਜੀ ਮਨ ਹੈ, ਹਰੇਕ ਦਾ ਆਪਣਾ ਮਸਲਾ ਹੈ। ਪਰ ਗੱਲ ਇਹ ਹੈ ਕਿ ਇਸ ਵੇਲੇ ਜੋ ਹਵਾ ਚੱਲ ਰਹੀ ਹੈ, ਇਸ ਵੇਲੇ ਜੋ ਝੂਠ ਤੇ ਸੱਚ ਦੀ ਲੜਾਈ ਚੱਲ ਰਹੀ ਹੈ, ਉਹਦੇ ਵਿੱਚ ਜੇ ਸੱਚ ਦਾ ਸਾਥ ਦਿੱਤਾ ਜਾਵੇ, ਉਹਦੇ ਵਿੱਚ ਜੋ ਹਕੀਕਤ ਹੈ ਜੇ ਉਹਦੇ ਬਾਰੇ ਗੱਲ ਕੀਤੀ ਜਾਏ ਤਾਂ ਸਾਰਿਆਂ ਨੂੰ ਉਹ ਚੰਗੀ ਲੱਗਦੀ ਹੈ। ਮੈਨੂੰ ਨਾ ਇਸ ਗੱਲ ਦੇ ਉੱਤੇ ਹੈਰਾਨੀ ਹੁੰਦੀ ਹੈ ਵੀ ਜਿਹੜੇ ਵੀ ਨਵੇਂ ਜਾ ਰਹੇ ਆ ਜੀ ਸਦਕੇ ਜਾਣ, ਸਾਨੂੰ ਕੋਈ ਇਤਰਾਜ਼ ਨਹੀਂ ਉਸ ਗੱਲ ਦੇ ਉੱਤੇ, ਸਭ ਦੀ ਆਪੋ ਆਪਣੀ ਮਰਜ਼ੀ ਆ ਵੀ ਕਿਹਨੇ ਕਿੱਧਰ ਜਾਣਾ, ਕਿੱਧਰ ਕਿਹਨੇ ਰਹਿਣਾ। ਪਰ ਜਦੋਂ ਨਵੇਂ ਜਾਂਦੇ ਆ ਨਾ ਬੀਜੇਪੀ ਦੇ ਵੱਲ ਤਾਂ ਮਨ ਦੇ ਵਿੱਚ ਆਉਂਦਾ ਵੀ ਇੱਥੇ ਤਾਂ ਬੀਜੇਪੀ ਦੇ ਪ੍ਰਧਾਨ ਤੋਂ ਲੈ ਕੇ ਮੰਤਰੀ ਕੇਂਦਰੀਆਂ ਤੋਂ ਲੈ ਕੇ ਤੇ ਸਾਬਕਾ ਪ੍ਰਧਾਨ ਤੋਂ ਲੈ ਕੇ ਤੇ ਜਿਹੜੇ ਸੰਸਦ ਮੈਂਬਰ ਉਹਨਾਂ ਤੋਂ ਲੈ ਕੇ ਰਾਜ ਸਭਾ ਦੇ ਮੈਂਬਰਾਂ ਤੋਂ ਲੈ ਕੇ ਬਹੁਤ ਸਾਰਿਆਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਕਿਸਾਨ ਤਾਂ ਗਲੀ ਗੁਆਂਢ ਦੇ ਵਿੱਚ ਨਹੀਂ ਵੜਨ ਦਿੰਦੇ ਤੇ ਨਵਿਆਂ ਨੂੰ ਕਿੱਥੇ ਫੁੱਲ ਪੈਣੇ ਆ, ਸਵਾਲ ਇਹ ਵੀ ਪੈਦਾ ਹੁੰਦਾ। ਬਿਲਕੁਲ ਸਹੀ ਗੱਲ। ਮੈਨੂੰ ਇੱਕ ਹੋਰ ਜਾਣਕਾਰੀ ਪਤਾ ਲੱਗੀ ਆ ਵੀ ਬੀਜੇਪੀ ਦੇ ਵੱਲੋਂ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਹਿੰਦੂ ਚਿਹਰੇ ਦੀ ਭਾਲ ਕੀਤੀ ਜਾ ਰਹੀ ਹੈ ਜਿਹਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਉੱਤੇ ਪੇਸ਼ ਕੀਤਾ ਜਾਵੇ। ਕਿਉਂਕਿ ਸਾਰੀਆਂ ਸਿਆਸੀ ਪਾਰਟੀਆਂ ਕਹਿੰਦੀਆਂ ਵੀ ਸਿੱਖ ਚਿਹਰਾ ਅਸੀਂ ਪੇਸ਼ ਕਰਾਂਗੇ, ਕੋਈ ਕਹਿੰਦਾ ਦਲਿਤ ਚਿਹਰਾ ਪੇਸ਼ ਕਰਾਂਗੇ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ। ਬੀਜੇਪੀ ਦੀਆਂ ਵੱਖ-ਵੱਖ ਹਮਖਿਆਲ ਪਾਰਟੀਆਂ ਨੇ ਇਹ ਗੱਲ ਪਹੁੰਚਾਈ ਹੈ ਦਿੱਲੀ ਤੱਕ ਵੀ ਭਾਈ ਦਹਾਕੇ ਪਹਿਲਾਂ ਦੀ ਗੱਲ ਹੈ ਜਦੋਂ ਪੰਜਾਬ ਦੇ ਵਿੱਚ ਹਿੰਦੂ ਭਾਈਚਾਰੇ ਚੋਂ ਮੁੱਖ ਮੰਤਰੀ ਹੋਇਆ ਤੇ ਐਤਕੀ ਆਪਾਂ ਉਹ ਬਣਾਈਏ। ਪਰ ਜਦੋਂ ਘਰ ਦੇ ਵਿੱਚੋਂ ਕੋਈ ਬਾਹਰ ਨਾ ਨਿਕਲ ਸਕੂ ਤਾਂ ਬਣੂਗੀ। ਦੇਖੋ ਗੱਲ ਇਹ ਟਾਣਾ ਸਾਹਿਬ ਇੱਥੇ ਲੋਕਾਂ ਨੂੰ ਬੇਨਤੀ ਕਰਨੀ ਬਣਦੀ ਹੈ, ਚਾਹੇ ਕੋਈ ਵੀ ਪਾਰਟੀ ਹੋਏ, ਕੋਈ ਕਹਿੰਦਾ ਦਲਿਤ ਚਿਹਰਾ ਹੋਏਗਾ, ਕੋਈ ਕਹਿੰਦਾ ਸਿੱਖ ਚਿਹਰਾ ਹੋਏਗਾ, ਕੋਈ ਕਹਿੰਦਾ ਹਿੰਦੂ ਚਿਹਰਾ ਹੋਏਗਾ, ਕੋਈ ਵੀ ਪਾਰਟੀ ਹੋਏ, ਕੋਈ ਵੀ ਚਿਹਰਾ ਹੋਏ, ਅਸੀਂ ਸਾਰੇ ਭੈਣ ਭਰਾ ਹਾਂ।
ਸਾਨੂੰ ਇਸ ਧਰਮ ਦੀ ਵਲਗਣ ਤੋਂ ਉੱਤੇ ਉੱਠ ਕੇ, ਸਾਨੂੰ ਇਹ ਜਾਤ ਪਾਤ ਤੋਂ ਉੱਤੇ ਉੱਠ ਕੇ ਸਾਰਾ ਕੁਝ ਸੋਚਣ ਦੀ ਲੋੜ ਹੈ। ਅਸੀਂ ਇਹਨਾਂ ਗੱਲਾਂ ਦੇ ਵਿੱਚ ਘੁੰਮ ਕੇ ਫਿਰ ਇੱਕ ਦੂਸਰੇ ਨਾਲ ਜੁੰਡੀ ਨਾ ਹੋ ਜਾਈਏ ਵੀ ਤੂੰ ਤਾਂ ਫਲਾਣੇ ਧਰਮ ਦਾ, ਤੂੰ ਫਲਾਣੀ ਜਾਤ ਦਾ। ਇਦਾਂ ਬਿਲਕੁਲ ਕੁਝ ਨਹੀਂ ਹੈ। ਅਸੀਂ ਸਾਰੇ ਇੱਕ ਆ ਤੇ ਇੱਕ ਹੀ ਰਹੀਏ, ਤਾਂ ਹੀ ਇਹਨਾਂ ਲੀਡਰਾਂ ਨੂੰ ਅਸੀਂ ਮੋਹਰੇ ਲਾ ਸਕਾਂਗੇ। ਨਹੀਂ ਤਾਂ ਹੁਣ ਤੱਕ ਇਹ ਲੀਡਰ ਸਾਨੂੰ ਵਰਤਦੇ ਆਏ ਨੇ ਤੇ ਵਰਤਦੇ ਰਹਿਣਗੇ। ਤੇ ਇੱਕ ਮਹੱਤਵਪੂਰਨ ਗੱਲ ਇਹ ਆ ਵੀ ਅਸੀਂ ਉਸ ਧਰਤੀ ਦੇ ਜੰਮੇ ਜਾਏ ਆ ਜਿੱਥੇ ਗੁਰੂ ਸਾਹਿਬਾਨ ਦੇ ਵੱਲੋਂ ਜਾਤ ਪਾਤ ਤੋਂ ਉੱਪਰ ਉੱਠਣ ਦੇ ਲਈ ਕਿਹਾ ਗਿਆ। ਜਿੱਥੇ ਇਹ ਗੱਲ ਕਹੇਗੀ ਵੀ ਸਾਰੇ ਬਰਾਬਰ ਆ, ਜਾਤ ਪਾਤ ਖਤਮ ਹੋਣੀ ਚਾਹੀਦੀ ਆ। ਇਹ ਇੱਕ ਵੱਖਰੀ ਗੱਲ ਆ ਵੀ ਅਸੀਂ ਇੰਨੇ ਕੁ ਮੂਰਖ ਨਿਕਲੇ ਵੀ ਜਾਤ ਪਾਤ ਦੇ ਆਧਾਰ ਦੇ ਉੱਤੇ ਗੁਰਦੁਆਰੇ ਵੀ ਬਣਾ ਲਏ, ਜਾਤ ਪਾਤ ਦੇ ਆਧਾਰ ਦੇ ਉੱਤੇ ਹੁਣ ਤਾਂ ਅਸੀਂ ਧਰਮਸ਼ਾਲਾਵਾਂ ਵੀ ਬਣਾ ਲਈਆਂ, ਤੇ ਜਾਤ ਪਾਤ ਦੇ ਆਧਾਰ ਦੇ ਉੱਤੇ ਕਈ ਥਾਵਾਂ ਤੇ ਸ਼ਮਸ਼ਾਨ ਘਾਟ ਵੀ ਬਣੇ ਆ। ਪਰ ਇਸ ਦੇ ਬਾਵਜੂਦ ਅਸੀਂ ਜੇਕਰ ਇਕੱਠੇ ਹੋ ਕੇ ਰਹਿ ਗਏ, ਉਹਦੇ ਵਰਗੀ ਰੀਸ ਕੋਈ ਨਹੀਂ। ਅਸੀਂ ਤਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਵੀ ਮੂੰਹ ਚੜਾਉਣ ਵਾਲੇ ਲੋਕ ਆ, ਕਿਉਂਕਿ ਉਹ ਕਹਿੰਦੇ ਵੀ ਜਾਤ ਪਾਤ ਖਤਮ ਹੋਵੇ, ਬਰਾਬਰਤਾ ਆਵੇ। ਤੇ ਅਸੀਂ ਕੀ ਕਰਦੇ ਹਾਂ ਜੀ ਕਿ ਸਿੱਖ ਭਾਈਚਾਰੇ ਚੋਂ ਆ ਬਣਾਵਾਂਗੇ, ਦਲਿਤਾਂ ਦੇ ਵਿੱਚੋਂ ਆ ਬਣਾਵਾਂਗੇ, ਹਿੰਦੂਆਂ ਦੇ ਵਿੱਚੋਂ ਆ ਬਣਾਵਾਂਗੇ। ਕਦੇ ਇਹ ਨਹੀਂ ਗੱਲ ਕਹੀ ਕਿਸੇ ਨੇ ਵੀ ਅਸੀਂ ਇੱਕ ਚੋਟੀ ਦਾ ਸਿਆਣਾ ਬੰਦਾ ਜਿਹੜਾ ਪੰਜਾਬ ਦੇ ਸਾਰੇ ਮਸਲੇ ਹੱਲ ਕਰਦਾ ਹੋਵੇ, ਜਿਹੜਾ ਸਾਰਿਆਂ ਨੂੰ ਪ੍ਰਵਾਨ ਹੋਵੇ, ਉਹਨੂੰ ਅਸੀਂ ਮੁੱਖ ਮੰਤਰੀ ਬਣਾਵਾਂਗੇ, ਜਿਹੜਾ ਪੰਜਾਬ ਦਾ ਦਿਨ ਰਾਤ ਫਿਕਰ ਕਰਦਾ ਹੋਵੇ। ਇਹ ਜਾਤ ਪਾਤ ਦੇ ਵਿੱਚ ਹੀ ਉਲਝਾਈ ਫਿਰਦੇ ਆ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਪ੍ਰੋਗਰਾਮ ਚਾਹੀ ਦਾ ਵਿਚਾਰ ਵੇਖ ਰਹੇ ਹੋ ਤੁਸੀਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ। ਤੇ ਹੁਣ ਅਗਲੀਆਂ ਖਬਰਾਂ ਵੱਲ ਵਧਦੇ ਹਾਂ। ਮੇਰੀ ਤੁਹਾਨੂੰ ਇੱਕ ਨਿੱਜੀ ਰਾਏ ਆ ਵੀ ਤੁਸੀਂ ਗੱਲਾਂ ਬਾਤਾਂ ਤਾਂ ਸੁਣਾ ਲੈਣੇ ਵਧੀਆ ਜੀ, ਪ੍ਰਭਾਵਿਤ ਕਰਦੇ ਹੋ ਗੱਲਾਂ ਬਾਤਾਂ ਨਾਲ। ਮੈਂ ਤੁਹਾਨੂੰ ਘਟਾ ਕੇ ਨਹੀਂ ਦੱਸ ਰਿਹਾ। ਸ਼ੁਕਰੀਆ। ਤੁਸੀਂ ਇੱਕ ਪਾਰਟੀ ਬਣਾ ਕੇ ਮੁੱਖ ਮੰਤਰੀ ਦਾ ਚਿਹਰਾ ਹੀ ਬਣ ਜਾਓ। ਅੱਜ ਕੱਲ ਤਾਂ ਰਿਵਾਜ ਚੱਲਦਾ। ਅੱਜ ਕੱਲ ਤਾਂ ਜਿਨ੍ਹਾਂ ਦੀ ਪਛਾਣ ਕੋਈ ਨਹੀਂ ਹੁੰਦੀ ਉਹਦੇ ਨਾਲ ਵੀ ਕਈ ਪਾਰਟੀਆਂ ਗੱਠਜੋੜ ਕਰ ਰਹੀਆਂ। ਸਹੀ ਗੱਲ ਹੈ। ਤੇ ਗੱਠਜੋੜ ਤੋਂ ਬਾਅਦ ਪਤਾ ਲੱਗਾ ਵੀ ਜਿਹਦੇ ਨਾਲ ਕੀਤਾ ਉਹ ਵੀ ਇੱਕ ਪਾਰਟੀ ਸੀ। ਪਰ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦੀ ਹਾਂ, ਇਹ ਕਹਿ ਲੋ ਵੀ ਜਿਵੇਂ ਮਰਜ਼ੀ ਤੁਸੀਂ ਸਮਝ ਲਓ, ਮੈਂ ਇਹ ਦਾਅਵੇ ਨਾਲ ਕਹਿ ਸਕਦੀ ਹਾਂ ਟਾਣਾ ਸਾਹਿਬ ਕਿ ਇਹਨਾਂ ਲੀਡਰਾਂ ਤੋਂ ਕਿਤੇ ਚੰਗੀ ਲੀਡਰ ਬਣ ਜੂ। ਤੇ ਮੈਂ ਵੀ ਤਾਂ ਇਸੇ ਕਰਕੇ ਕਹਿਣਾ ਇਮਾਨਦਾਰ ਹੋਊਂਗੀ, ਭਾਵੇਂ 100% ਦੀ ਨਾ ਹੋਵਾਂ, ਕਿਸੇ ਨੂੰ ਲੱਗੇ ਵੀ 100% ਦੀ ਇਮਾਨਦਾਰ ਨਹੀਂ, ਪਰ ਇਹਨਾਂ ਤੋਂ ਤਾਂ ਕਿਤੇ ਵੱਧ ਕੇ ਇਮਾਨਦਾਰ ਹੋਊਂਗੀ। ਜਿਨ੍ਹਾਂ ਨੇ ਵੋਟਾਂ ਪਾਉਣੀਆਂ ਉਹ ਵੀ 100% ਦੀ ਇਮਾਨਦਾਰ ਹੋਣ ਨਾ, ਤੁਹਾਡੇ ਤੇ ਸ਼ੱਕ ਮੈਂ ਫੇਰ ਕਰੂੰਗਾ। ਚਲੋ ਖੈਰ, ਤੁਸੀਂ ਪਾਰਟੀ ਬਣਾਓ ਜੀ, ਅਸੀਂ ਤੁਹਾਡੇ ਨਾਲ ਆ। ਆਪਾਂ ਰਾਜਨੀਤੀ ਨਹੀਂ ਕਰ ਸਕਦੇ ਟਾਣਾ ਸਾਹਿਬ, ਆਪਣੇ ਵੱਸ ਦੀ ਖੇਡ ਨਹੀਂ ਹੈ ਇਹ। ਬੜੀ ਟੇਢੀ ਖੀਰ ਹੁੰਦੀ ਹੈ, ਪਚਦੀ ਕਿਸੇ ਕਿਸੇ ਨੂੰ ਹੈ ਜੀ। ਇਸ ਲਈ ਆਪਣੇ ਤੋਂ ਤਾਂ ਬਹੁਤ ਦੂਰ ਦੀ ਗੱਲ ਹੈ ਇਹ। ਤੁਸੀਂ ਬਿਲਕੁਲ ਵੀ ਮਨ 'ਚ ਖਿਆਲ ਹੀ ਨਾ ਲੈ ਕੇ ਆਇਓ। ਅੱਛਾ ਜੀ। ਮੈਂ ਤਾਂ ਤੁਹਾਡੀਆਂ ਗੱਲਾਂ ਤੋਂ ਬਾਅਦ ਇਹ ਗੱਲ ਕਹੀ ਸੀ ਵੀ ਭਾਈ ਗੱਲ ਬਣ ਸਕਦੀ ਸ਼ਾਇਦ। ਨਾ ਕਦੇ ਕੋਈ ਨਹੀਂ ਹੁੰਦਾ, ਕਦੇ ਨਹੀਂ ਬਣ ਸਕਦੀ ਟਾਣਾ ਸਾਹਿਬ, ਮੰਨੋ ਮੇਰੀ ਗੱਲ, ਮੈਨੂੰ ਪਤਾ। ਅੱਛਾ। ਤੇ ਆਪਾਂ ਅਗਲੀਆਂ ਖਬਰਾਂ ਵੱਲ ਵਧੀਏ। ਦੇਖੋ ਅਗਲੀ ਖਬਰ ਇਹ ਆ ਵੀ ਖੰਨੇ ਦੇ ਵਿੱਚ ਨਾ ਵੱਡੇ ਵੱਡੇ ਪੋਸਟਰ ਲੱਗੇ। ਅੱਛਾ ਜੀ। ਉਹਨਾਂ ਦੇ ਉੱਤੇ ਲਿਖਿਆ ਹੋਇਆ ਕਿ ਬਲਵੀਰ ਸਿੰਘ ਰਾਜੇਵਾਲ ਨੂੰ ਪੰਜਾਬ ਦਾ ਅਗਲਾ ਸੀਐਮ ਤੁਸੀਂ ਦੇਖਣਾ ਚਾਹੁੰਦੇ ਹੋ? ਹੈ ਹਾਂਜੀ। ਇਹਦੇ ਉੱਤੇ ਰਾਜੇਵਾਲ ਹੋਰੀ ਵੀ ਹੈਰਾਨ ਆ, ਇਹਦੇ ਉੱਤੇ ਪੰਜਾਬ ਦੇ ਲੋਕ ਵੀ ਹੈਰਾਨ ਆ, ਤੇ ਇਹਦੇ ਉੱਤੇ ਪੰਜਾਬ ਦੇ ਕਿਸਾਨ ਵੀ ਹੈਰਾਨ ਆ ਜੀ। ਕਿਉਂਕਿ ਰਾਜੇਵਾਲ ਹੋਰੀ ਤਾਂ ਵਾਰ-ਵਾਰ ਇਹ ਗੱਲ ਕਹਿੰਦੇ ਵੀ ਸਾਡਾ ਚੋਣਾਂ ਲੜਨ ਦਾ ਪ੍ਰੋਗਰਾਮ ਕੋਈ ਨਹੀਂਗਾ। ਫਿਲਹਾਲ ਸਾਡਾ ਸਾਰੇ ਦਾ ਸਾਰਾ ਧਿਆਨ ਕੇਂਦਰਿਤ ਹੈਗਾ ਕਿਸਾਨੀ ਅੰਦੋਲਨ ਦੇ ਉੱਤੇ। ਜਦੋਂ ਅਸੀਂ ਜਿੱਤ ਲਾਂਗੇ, ਇਹਨੂੰ ਮੋਰਚਾ ਫਤਿਹ ਕਰ ਲਾਂਗੇ, ਉਸ ਤੋਂ ਬਾਅਦ ਸਾਰੇ ਜਿਹੜੇ ਕਿਸਾਨ ਆਗੂ ਆ ਬਹਿਣਗੇ ਤੇ ਜਿਵੇਂ ਕੋਈ ਫੈਸਲਾ ਹੋਊਗਾ ਉਹ ਅਸੀਂ ਪੈੜ ਉਦੋਂ ਪਟਾਂਗੇ, ਉਨੀ ਦੇਰ ਨਹੀਂ ਕੁਛ। ਦੇਖੋ ਕੋਈ ਸ਼ਰਾਰਤੀ ਅਨਸਰ ਵੀ ਹੋ ਸਕਦੇ ਨੇ, ਹੋ ਸਕਦਾ ਹੈ ਕਿ ਜਿਨ੍ਹਾਂ ਦੇ ਨਾਲ ਇਸ ਵੇਲੇ ਲੜਾਈ ਚੱਲ ਰਹੀ ਹੈ ਉਹਨਾਂ ਦੇ ਵਿੱਚੋਂ ਕੋਈ ਹੋਵੇ, ਹੋ ਸਕਦਾ ਹੈ ਉਹਨਾਂ ਦਾ ਕੋਈ ਸਮਰਥਕ ਹੋਵੇ, ਹੋ ਸਕਦਾ ਹੈ ਕਿ ਵਾਕਈ ਰਾਜੇਵਾਲ ਸਾਹਿਬ ਨੂੰ ਕੋਈ ਮੁੱਖ ਮੰਤਰੀ ਵੇਖਣਾ ਚਾਹੁੰਦਾ ਹੋਵੇ, ਉਹਨੇ ਇਹ ਸਾਰਾ ਕੁਝ ਕੀਤਾ ਹੋਵੇ। ਸੋ ਇਹ ਸਭ ਕੁਝ ਦੇ ਲਈ ਆਪਾਂ ਕਿਸੇ ਇੱਕ ਨੂੰ ਕਹਿ ਲਓ ਵੀ ਨਹੀਂ ਕਹਿ ਸਕਦੇ ਵੀ ਉਹਨੇ ਹੀ ਕਰਵਾਇਆ ਹੋਊਗਾ ਜਾਂ ਉਹਦੇ ਕਰਕੇ ਹੋਇਆ। ਇਹਦੇ ਪਿੱਛੇ ਦੀ ਕਹਾਣੀ ਕੁਝ ਵੀ ਹੋ ਸਕਦੀ ਹੈ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਅੰਦੋਲਨ ਦੇ ਵਿੱਚ ਵੀ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਜ਼ੋਰਾਂ ਦੇ ਉੱਪਰ ਨੇ। ਇੰਨੀ ਦੇਰ ਹੋ ਗਈ, 8 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ, ਸਾਰੇ ਇਕੱਠੇ ਡਟ ਕੇ ਬੈਠੇ ਨੇ, ਤੇ ਉਹਨਾਂ ਨੂੰ ਤੋੜਨ ਦੇ ਲਈ ਵੀ ਤਾਂ ਕੁਝ ਨਾ ਕੁਝ ਕਰਨਾ ਪਊਗਾ ਨਾ। ਬਿਲਕੁਲ ਸਹੀ ਗੱਲ ਆ। ਤੇ ਰਾਜੇਵਾਲ ਹੋਰੀ ਤੇ ਜਿੰਨੇ ਵੀ ਪੰਜਾਬ ਦੇ ਕਿਸਾਨ ਆਗੂ ਆ, ਦੇਸ਼ ਦੇ ਕਿਸਾਨ ਆਗੂ ਆ, ਉਹਨਾਂ ਸਾਰਿਆਂ ਦੀ ਸਿਰੜ ਨੂੰ ਸਲਾਮ। ਤੇ ਜਿਹੜੇ ਵੀ ਕਿਸਾਨ ਤੇ ਮਜ਼ਦੂਰ ਉੱਥੇ ਡਟੇ ਹੋਏ ਆ, ਜਿਨ੍ਹਾਂ ਨੇ ਕਦੇ ਕਿਸੇ ਦੀ ਨਗੋਚ ਦੀ ਪਰਵਾਹ ਨਹੀਂ ਕੀਤੀ ਜੀ। ਬੇਸ਼ੱਕ ਉਹਨਾਂ ਨੂੰ ਵੀ ਪਤਾ ਨਾ ਵੀ ਫੇਸਬੁੱਕ ਦੇ ਉੱਤੇ ਕੀ ਆ ਰਿਹਾ, ਇਹ ਤਾਂ ਜੀ ਵਿਗੜ ਗਏ ਹਨ, ਇਹ ਤਾਂ ਖਿੰਡ ਗਏ ਹਨ, ਉਹ ਕਦੇ ਦਫਾ ਮਾਰੋ ਇਹਨਾਂ ਨੂੰ, ਤਾਂ ਉਹਨੂੰ ਭੇਜੋ ਐ। ਆਪਾਂ ਜਿਹੜਾ ਕੰਮ ਕਰਨਾ ਆਪਾਂ ਉਹ ਕਰਨਾ ਹੀ ਕਰਨਾ। ਸੋ ਜਿਹੜੇ ਉੱਥੇ ਬੈਠੇ ਹੋਏ ਆ ਉਹਨਾਂ ਨੂੰ ਸਲਾਮ ਆ। ਤੇ ਮੇਰੀ ਬੇਨਤੀ ਇਹ ਆ ਵੀ ਜਿਹੜੇ ਵੀ ਗੱਲ ਕਹਿੰਦੇ ਆ ਵੀ ਭਾਈ ਸਾਨੂੰ ਬਹੁਤ ਲੋਕ ਜਾਣਦੇ ਆ, ਸਾਡੇ ਮਗਰ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਕਾਫਲੇ ਆ,
ਨੌਜਵਾਨਾਂ ਦੇ ਤੇ ਹੋਰ ਵਰਗਾਂ ਦੇ, ਉਹ ਕਹਿਣ ਜੀ ਬੇਨਤੀ ਕਰਨ ਸਭ ਦੇ ਮੂਹਰੇ ਵੀ 5% ਉਹਨਾਂ ਫੋਲੋਅਰਾਂ ਦੇ ਵਿੱਚ ਉੱਥੇ ਚਲੇ ਜਾਓ। ਵਾਹ ਵਾਹ। ਉੱਥੇ ਬਹੁਤ ਰੰਗਤ ਆ ਜਾਣੀ ਆ ਜੀ। ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਜਾਣੇ ਆ। ਸੋ ਇਸ ਕਰਕੇ ਬੇਨਤੀ ਕਰੋ ਤਾਂ ਸਹੀ, ਜੇਕਰ 95% ਨਾ ਜਾਣ, ਨਾਲੇ 5% ਹੀ ਜਾਣ। ਇੱਕ ਬੰਨੇ ਨੂੰ ਨਾ ਤੁਰ ਪਿਆ ਕਰੀਏ ਵੀ ਜਦੋਂ ਉੱਥੇ ਜਾਣ ਲੱਗੇ ਸੀ ਤਾਂ ਸਾਰੇ ਹੀ ਉਧਰ ਨੂੰ ਤੁਰ ਪਏ ਸੀ, ਤੇ ਹੁਣ ਜੇਕਰ ਮਤਲਬ ਗੱਲਾਂ ਆਉਣੀਆਂ ਘਟ ਗਈਆਂ ਤਾਂ ਹੁਣ ਕੋਈ ਵੀ ਉਧਰ ਵੇਖ ਕੇ ਰਾਜ਼ੀ ਨਹੀਂ। ਜਿੱਦਾਂ ਪਹਿਲਾਂ ਹੁਮਾ ਕੇ ਜਾਂਦੇ ਸੀ ਉਵੇਂ ਹੀ ਅੱਜ ਵੀ ਜਾਓ, ਕਿਉਂਕਿ ਅਸਲੀ ਲੋੜ ਤਾਂ ਹੁਣ ਵੀ ਹੈ। ਹਾਲੇ ਆਪਾਂ ਜਿੱਤ ਹਾਸਲ ਨਹੀਂ ਕੀਤੀ, ਹਾਲੇ ਸੰਘਰਸ਼ ਚੱਲ ਰਿਹਾ ਹੈ। ਅਸੀਂ ਪਤਾ ਨਹੀਂ ਕਿਉਂ ਭੁੱਲ ਗਏ, ਹੁਣ ਅਸੀਂ ਪਹਾੜਾਂ ਵੱਲ ਨੂੰ ਰੁਖ ਕੀਤਾ ਹੋਇਆ ਹੈ। ਹੁਣ ਥੋੜਾ ਜਿਹਾ ਫਿਰ ਤੋਂ ਉਧਰ ਨੂੰ ਰੁਖ ਕਰੀਏ, ਆਪਾਂ ਵੇਖੀਏ ਵੀ ਉੱਥੇ ਸਾਡੇ ਭੈਣ ਭਰਾ, ਸਾਡੇ ਮਾਪੇ ਉੱਥੇ ਹਾਲੇ ਵੀ ਡਟੇ ਹੋਏ ਨੇ, ਤੇ ਉਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੀਏ ਵੀ ਅਸੀਂ ਤੁਹਾਡੇ ਧੀਆਂ ਪੁੱਤ ਇੱਥੇ ਖੜੇ ਆ, ਘਬਰਾਇਓ ਨਾ। ਰਾਣਾ ਸਾਹਿਬ, ਕੁਝ ਦਿਨ ਪਹਿਲਾਂ ਮੈਂ ਉਹ ਮੇਲੋ ਬੀਬੀ ਦੀ ਵੀਡੀਓ ਦੁਬਾਰਾ ਦੇਖੀ। ਅੱਛਾ, ਜਿਹੜੀ ਕਮਰ ਗਰੇਵਾਲ ਦੇ ਨਾਲ ਜੀ, ਤੇ ਸੱਚ ਜਾਣਿਓ ਮੈਂ ਭਾਵੁਕ ਹੋ ਗਈ, ਕਿਉਂਕਿ ਜੋ ਉਹਨਾਂ ਨੇ ਗੱਲਾਂ ਕੀਤੀਆਂ, ਜੋ ਜਿਸ ਤਰੀਕੇ ਦੇ ਨਾਲ, ਜਿੰਨੇ ਜੋਸ਼ ਦੇ ਨਾਲ ਉਹਨਾਂ ਨੇ ਗੱਲਾਂ ਕੀਤੀਆਂ, ਉਹਨੇ ਬਹੁਤ ਕੁਝ ਸੋਚਣ ਨੂੰ ਮਜਬੂਰ ਕਰ ਦਿੱਤਾ। ਔਰ ਸੱਚੀ, ਜਿਵੇਂ ਉਹਨਾਂ ਨੇ ਕਿਹਾ ਵੀ ਮੁਰੱਬਿਆਂ ਵਾਲੇ ਤਾਂ ਹਾਲੇ ਵੀ ਘਰਾਂ 'ਚ ਬੈਠੇ ਨੇ, ਸਾਰੇ ਇੱਕੋ ਜਿਹੇ ਨਹੀਂ, ਬਹੁਤ ਸਾਰੇ ਉੱਥੇ ਵੀ ਡਟੇ ਹੋਏ ਨੇ, ਪਰ ਇਸ ਵੇਲੇ ਵਾਕਈ ਘਰਾਂ 'ਚੋਂ ਨਿਕਲਣ ਦੀ ਲੋੜ ਹੈ। ਇਸ ਵੇਲੇ ਕਿਸਾਨੀ ਦੇ ਹੱਕ 'ਚ ਹਾਂ ਦਾ ਨਾਰਾ ਮਾਰਨ ਦੀ ਲੋੜ ਹੈ, ਕਿਉਂਕਿ ਮਸਲਾ ਫਿਰ ਉੱਥੇ ਹੀ ਗੱਲ ਆ ਗਈ, ਮਸਲਾ ਸਾਡੀ ਰੋਟੀ ਦਾ ਹੈ, ਮਸਲਾ ਕੱਲਾ ਫਸਲਾਂ ਦਾ ਨਹੀਂ, ਸਾਡੀਆਂ ਨਸਲਾਂ ਦਾ ਵੀ ਹੈ। ਸੋ ਅਸੀਂ ਡਟੀਏ। ਬਿਲਕੁਲ ਸਹੀ ਗੱਲ ਹੈ ਵੀ ਭਾਵੁਕਤਾ ਵਾਲੀ ਗੱਲ ਜੀ, ਕਿਉਂਕਿ ਨਾ ਜਦੋਂ ਉੱਥੇ ਦੇਖਦੇ ਆ ਇਕੱਠ, ਉਦੋਂ ਮਨ ਦੇ ਉੱਤੇ ਕਈ ਵਾਰ ਸੱਟ ਜੀ ਵੱਜਦੀ ਆ। ਪਰ ਜਦੋਂ ਉਦਾਂ ਦੇਖਦੇ ਆ ਵੀ ਭਾਈ ਆਪਾਂ ਅੰਦੋਲਨ ਜਿੱਤ ਕੇ ਆਉਣਾ, ਤੇ ਜਿੱਤਿਆ ਅੰਦੋਲਨ ਬੰਦਿਆਂ ਦੇ ਨਾਲ ਹੀ ਜਾਂਦਾ, ਤੇ ਜਿਹੜੇ ਉੱਥੇ ਬੈਠੇ ਹੋਏ ਆ ਉਹ ਤਾਂ ਚਲੋ ਬੈਠੇ ਆ, ਤੇ ਆਪਾਂ ਉਹਨਾਂ ਦਾ ਸਾਥ ਦੇਣ ਦੇ ਲਈ ਕਿੰਨੀ ਕੁ ਮਿਹਨਤ ਕਰਦੇ ਆ। ਆਪਾਂ ਨਗੋਚ ਕੱਢਣ ਲੱਗੇ ਸਕਿੰਟ ਲਾਉਨੇ ਆ, ਉਹ ਵਿਕ ਗਿਆ ਹੈ ਜੀ, ਉਹ ਖਰੀਦ ਲਿਆ ਹੈ, ਇਹ ਤਾਂ ਜੀ ਲਾਈ ਲੱਗ ਹਨ, ਇਹ ਤਾਂ ਜੀ ਅੰਦਰ ਖਾਤੇ ਸੈਟਿੰਗ ਹੋ ਚੁੱਕੀ ਹੈ। ਇਹ ਜਿਹੜੇ ਬੈਠ ਕੇ ਨਾ ਏਸੀ ਦੇ ਵਿੱਚ ਐ ਕਰਦੇ ਆ, ਮੈਨੂੰ ਇੰਨੀ ਖਿਝ ਆਉਂਦੀ ਇਹਨਾਂ ਦੇ ਉੱਤੇ। ਮੈਨੂੰ ਤਾਂ ਉਹਨਾਂ ਦੀ ਮਾਨਸਿਕਤਾ ਦੇ ਉੱਪਰ ਹਾਸਾ ਆਉਂਦਾ ਟਾਣਾ ਸਾਹਿਬ, ਕਿਉਂਕਿ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਹੁੰਦਾ ਉਹ ਮਾਨਸਿਕ ਤੌਰ ਤੇ ਬਿਮਾਰ ਹੋ ਚੁੱਕੇ ਨੇ, ਉਹਨਾਂ ਨੂੰ ਇਲਾਜ ਦੀ ਲੋੜ ਹੈ। ਸੋ ਗੱਲ ਇਹ ਹੈ ਕਿ ਆਪਾਂ ਕਿਤੇ ਇਕੱਲੇ ਗੱਡੀਆਂ ਮੋਟਰਸਾਈਕਲਾਂ ਪਿੱਛੇ ਨੋ ਫਾਰਮਰ ਨੋ ਫੂਡ, ਹਨਾ, ਇਹ ਕੱਲਾ ਜਾਂ ਵੀ ਸਪੋਰਟ ਫਾਰਮਰਸ ਜਾਂ ਆਈ ਸਪੋਰਟ ਫਾਰਮਰ ਲਿਖਣ ਜੋਗੇ ਹੀ ਨਾ ਰਹਿ ਜਾਈਏ, ਅਸਲ ਦੇ ਵਿੱਚ ਵੀ ਸਪੋਰਟ। ਮੈਂ ਨਾ ਤੁਹਾਨੂੰ ਦੱਸਦਾ ਵੀ ਕੱਲ ਫੇਸਬੁੱਕ ਦੇ ਉੱਤੇ ਇੱਕ ਆਪਦੇ ਆਪ ਨੂੰ ਬਹੁਤ ਤਕੜਾ ਵਿਦਵਾਨ ਕਹਿਣ ਵਾਲਾ ਬੰਦਾ ਜੀ, ਉਹਨੇ ਇੱਕ ਨਵੀਂ ਖੋਜ ਕੱਢੀ, ਉਹਨੇ ਇੱਕ ਨਵੀਂ ਗੱਲ ਰੱਖੀ ਮੂਹਰੇ। ਕਹਿੰਦਾ ਜੀ ਜੋਗਿੰਦਰ ਸਿੰਘ ਉਗਰਾਹਾਂ ਤੇ ਅਮਿਤ ਸ਼ਾਹ ਦੀ ਅੰਦਰ ਖਾਤੇ 3 ਵਾਰ ਮੀਟਿੰਗ ਹੋ ਗਈ ਆ। ਇਹ ਛੱਡ ਕੇ ਆਉਂਦੇ ਰਹੇ ਹੋਣੇ, ਇਹ ਛੱਡ ਕੇ ਆਉਂਦੇ ਸੀ ਆਪਦੀ ਗੱਡੀ ਦੇ ਉੱਤੇ ਉਗਰਾਹਾਂ ਹੋਰਾਂ ਨੂੰ, ਜਾਂ ਅਮਿਤ ਸ਼ਾਹ ਨੂੰ ਲੈ ਕੇ ਆਉਂਦੇ ਹੁੰਦੇ ਸੀ ਟਿਕਰੀ ਬਾਰਡਰ ਦੇ ਉੱਤੇ। ਕਹਿੰਦੇ ਵੀ ਦੋਵਾਂ ਦੀ ਮੀਟਿੰਗ ਹੋ ਗਈ ਆ, ਸਾਰਾ ਕੁਝ ਇਹਨਾਂ ਨੇ ਤੈਅ ਕਰ ਲਿਆ। ਉਹਨਾਂ ਨੇ ਦੇਖਿਆ ਵੀ ਭਾਈ ਕੀ ਕਰਨਾ ਤੇ ਕੀ ਨਹੀਂ ਕਰਨਾ, ਇਹ ਸਾਰੇ ਵਿਕ ਗਏ ਆ, ਅੰਦਰ ਖਾਤੇ ਵਿਕੇ ਹੋਏ ਆ। ਤੇ ਮੈਂ ਕਿਹਾ ਜੀ ਹੁਣ ਆਪ ਜੀ ਅੱਗੇ ਚਲੇ ਜਾਓ। ਮੈਂ ਕਦੇ ਕਮੈਂਟ ਨਹੀਂ ਕਰਦਾ, ਨਾ ਚੰਗਾ ਕਰਾਂ ਨਾ ਮਾੜਾ ਕਰਾਂ, ਕਿਸੇ ਨੂੰ ਇਹ ਨਹੀਂ ਗੱਲ ਕਹਿੰਦਾ ਵੀ ਫੇਸਬੁੱਕ ਦੇ ਥੱਲੇ ਜੋ ਮਰਜ਼ੀ ਲਿਖ ਦਿਓ। ਪਰ ਮੈਂ ਇਹ ਸੋਚਿਆ ਵੀ ਇਹਨੂੰ ਜ਼ਰੂਰ ਜਵਾਬ ਦੇਣਾ ਚਾਹੀਦਾ। ਮੈਂ ਕਿਹਾ ਬਾਈ ਜੀ, ਜੇਕਰ ਉਗਰਾਹਾਂ ਹੋਰੀ ਵਿਕ ਗਏ, ਉਗਰਾਹਾਂ ਹੋਰੀ ਖਰੀਦੇ ਗਏ, ਤੇ ਆਪ ਜੀ ਮੂਹਰੇ ਲੱਗ ਜਾਓ, ਭਰੋਸਾ ਜਿੱਤੋ, ਤੇ ਮੂਹਰੇ ਜਾ ਕੇ ਕੁਝ ਨਾ ਕੁਝ ਕਰੋ। ਵੀ ਆਪਾਂ ਕਰਨਾ ਕੱਖ ਨਹੀਂਗਾ, ਕਮਰੇ 'ਚ ਬੈਠੇ ਜੋ ਮਰਜ਼ੀ ਕਹੀ ਜਾਂਦੇ, ਯਾਰ ਬੜਾ ਮੋਟਾ ਅਕਲ ਕਰੀਏ। ਕੋਈ ਗੱਲ ਬਣਾਈ ਜਾਂਦਾ, ਕੋਈ ਗੱਲ ਬਣਾਈ ਜਾਂਦਾ, ਥੋੜਾ ਜਿਹਾ ਤਾਂ ਸੱਚ ਦੇ ਨੇੜੇ ਤੇੜੇ ਹੋ ਜਾਈਏ ਆਪਾਂ। ਹਰਮਨ ਜੀ, ਚੋਰ ਨਾ ਚੋਰੀਆਂ ਤੋਂ ਬਾਜ਼ ਨਹੀਂ ਆਉਂਦੇ, ਹਰ ਰੋਜ਼ ਕੋਈ ਨਾ ਕੋਈ ਨਵੀਂ ਗੱਲ। ਚੋਰ ਦਾ ਕੰਮ ਹੀ ਚੋਰੀ ਕਰਨਾ ਹੁੰਦਾ। ਗੱਲ ਪੂਰੀ ਹੋਣ ਦਿਓ ਨਾ ਜੀ। ਮੈਂ ਮਸਾਂ ਰੌਂ ਦੇ ਵਿੱਚ ਆਉਣ ਲੱਗਾ ਸੀ, ਲੈ ਦੇ ਵਿੱਚ ਗੱਲ ਆਈ ਸੀਗੀ ਜੀ, ਮੋਰੇ ਸਪੀਡ ਬ੍ਰੇਕਰ ਆ ਗਿਆ, ਫੇਰ ਗੱਲ ਰੋਕਤੀ। ਮਾਫੀ ਚਾਹਨੀ ਆ। ਅਸਲ ਦੇ ਵਿੱਚ ਨਾ ਲੁਧਿਆਣੇ ਦੇ ਵੱਲ ਪਤਾ ਲੱਗਾ ਜੀ ਕਿ ਇੱਕ ਬੰਦਾ ਕਾਰ ਲੈ ਕੇ ਆਇਆ ਪੈਟਰੋਲ ਪੰਪ ਤੇ, ਕਹਿੰਦਾ ਵੀ ਟੈਂਕੀ ਪੂਰੀ ਭਰ ਦੇ। ਉਹਨੇ 45-4600 ਰੁਪਏ ਦਾ ਤੇਲ ਪਾਤਾ। ਜਦੋਂ ਉਹਨੇ ਢੱਕਣ ਲਾਇਆ ਤੇ ਪੈਸੇ ਲੈਣ ਦੇ ਲਈ ਕਾਰ ਵੱਲ ਵਧਿਆ, ਉਹ ਫੁਰ ਕਰਕੇ ਨਿਕਲ ਗਿਆ। ਮੈਂ ਵੀ ਉਹ ਵੀਡੀਓ ਵੇਖੀ, ਮੈਂ ਹੈਰਾਨ ਰਹਿ ਗਿਆ। ਮੈਂ ਕਿਹਾ 45-4600 ਰੁਪਏ ਦੇ ਵਿੱਚ ਬੰਦਾ ਪਰਖਿਆ ਗਿਆ ਵੀ ਇਹੋ ਜਿਹੇ ਲੋਕ ਵੀ ਹੁੰਦੇ ਆ। ਹੈ ਪਰ ਜਿਹੜਾ ਵਿਚਾਰਾ ਗਰੀਬ ਉੱਥੇ ਕੰਮ ਕਰਦਾ, ਉਹਦਾ ਕੀ ਕਸੂਰ ਸੀ? ਬਿਲਕੁਲ, ਹਨਾ। ਉਹ 45-4600 ਸ਼ਾਇਦ ਗੱਡੀ ਵਾਲੇ ਦੇ ਲਈ ਕੁਝ ਵੀ ਨਾ ਹੋਵੇ, ਪਰ ਉਸ ਬੰਦੇ ਲਈ ਬਹੁਤ ਕੁਝ ਹੋਏਗਾ, ਹਨਾ। ਅਸੀਂ ਲਾਲਚ ਨਹੀਂ ਛੱਡ ਸਕਦੇ ਟਾਣਾ ਸਾਹਿਬ। ਤੁਸੀਂ ਇਹ ਵੇਖੋ, ਬਰਸਾਤੀ ਮੌਸਮ ਆਪਾਂ ਗੱਲਾਂ ਕਰਦੇ ਸੀਵਰੇਜ ਦੇ ਢੱਕਣਾਂ ਦੀਆਂ, ਹਨਾ। ਮੈਂ ਇੱਕ ਵੀਡੀਓ ਵੇਖੀ, ਉਹਦੇ ਵਿੱਚ ਇੱਕ ਚੰਗਾ ਭਲਾ ਬੰਦਾ ਤੁਰ ਕੇ ਆਇਆ, ਉਹਨੇ ਆ ਕੇ ਸੀਵਰੇਜ ਦਾ ਢੱਕਣ ਲਾਇਆ, ਪਿੱਛੋਂ ਇੱਕ ਐਕਟਿਵਾ ਤੇ ਬੰਦਾ ਆਇਆ ਤੇ ਉਹ ਸੀਵਰੇਜ ਦਾ ਢੱਕਣ ਹੀ ਚੱਕ ਕੇ ਲੈ ਗਏ। ਤੇ ਹਾਲੇ ਉਹ ਵੀ ਕਹਿੰਦਾ ਹੁਣ ਪ੍ਰਸ਼ਾਸਨ ਨੇ ਕੱਖ ਨਹੀਂ ਕੀਤਾ, ਇਹ ਲੋਕਾਂ ਨੂੰ ਮਾਰਨ ਨੂੰ ਹੀ ਫਿਰਦੇ ਆ ਜੀ। ਭਾਰਤ ਦਾ ਕੁਝ ਨਹੀਂ ਹੋ ਸਕਦਾ, ਹਨਾ। ਫਿਰ ਤੁਹਾਡਾ ਕੀ ਹੋ ਸਕਦਾ? ਬਹੁਤੀ ਵਾਰ ਵੇਖਿਆ ਬਾਹਰ ਜੇ ਕਿਸੇ ਨੇ, ਲੋਕੀ ਘਰਾਂ ਦੇ ਬਾਹਰ ਟੂਟੀ ਲਗਾ ਦਿੰਦੇ ਆ ਵੀ ਆਉਂਦਾ ਜਾਂਦਾ ਜਿਹੜਾ ਰਾਹੀ ਆ ਉਹ ਪਾਣੀ ਪੀ ਸਕੇ। ਉਹ ਗਮਲੇ ਚੱਕ ਕੇ ਲੈ ਜਾਂਦੇ ਲੋਕ। ਮੈਂ ਤਾਂ ਹੈਰਾਨ ਆ, ਐਡੇ ਕੁਦਰਤ ਪ੍ਰੇਮੀ ਬਣ ਜਾਂਦੇ ਕਦੇ ਕਦੇ ਵੀ ਗਲੋ 100 ਰੁਪਏ ਦਾ ਆਉਂਦਾ ਇੱਕ, ਜਾਂ ਕਿਸੇ ਤੋਂ ਮੰਗ ਕੇ ਲੈ ਲਓ। 30-30
40-40 ਰੁਪਏ ਦੇ ਵੀ ਆਉਂਦੇ ਆ ਗਮਲੇ। ਹਾਂ, ਪਰ ਨਹੀਂ ਲੈਣਾ ਨਹੀਂ ਵੀ ਤੁਸੀਂ ਬੂਟੇ ਲਾਉਣੇ ਆ ਜੀ। ਉਦਾਂ ਲਾ ਲਓ, ਕਿੰਨੇ ਥਾਵਾਂ ਦੇ ਉੱਤੇ ਮੁਫਤ ਦੇ ਵਿੱਚ ਬੂਟੇ ਮਿਲਦੇ ਆ, ਜੀ। ਪਰ ਚੋਰੀ ਕਰਨੀ ਆ। ਮੈਂ ਤੁਹਾਨੂੰ ਦੱਸਦੀ ਆ ਇੱਕ ਵੀਡੀਓ ਹੋਰ ਮੈਂ ਵੇਖੀ ਪਿਛਲੇ ਦਿਨ ਟਣਾ ਸਾਹਿਬ, ਉਹ ਬੀਬੀ ਜੀ ਐਕਟਿਵਾ ਦੇ ਉੱਪਰ ਆਏ, ਚੰਗੇ ਭਲੇ ਬੀਬੀ ਜੀ, ਦੇਖਣ ਨੂੰ ਮਤਲਬ ਸੀਸੀਟੀਵੀ ਕੈਮਰੇ ਦੀ ਫੁਟੇਜ ਸੀ, ਉਹ ਵੀ ਦੇਖਣ ਨੂੰ ਚੰਗੇ ਘਰ ਤੋਂ ਲੱਗਦੇ ਸੀ। ਗੁਰਦੁਆਰਾ ਸਾਹਿਬ ਦੇ ਬਾਹਰ ਗਮਲੇ ਪਏ ਨੇ, ਉਹਨਾਂ ਨੇ ਉਹ ਚੱਕਿਆ ਗਮਲਾ ਐਕਟਿਵਾ ਮੂਹਰੇ ਰੱਖਿਆ, ਲੈ ਗਏ। ਲਓ, ਕੀ ਇਹ ਦੁਪਹਿਰ ਕਰੋਗੇ? ਖੜੀ ਲਾਉਣਗੇ ਜਾ ਕੇ, ਇਹ ਨਹੀਂ ਟਲਦੇ, ਕੀ ਲਾਉਣਗੇ? ਦੁਪਹਿਰ ਖੜੀ। ਮੁੜ ਕੇ ਕਹਿਣਗੇ ਮਹਾਰਾਜ ਨੇ ਸਭ ਪਤਾ ਨਹੀਂ ਹੈ ਨਾ ਵੀ ਕੀ ਲਿਖਿਆ ਆ ਕਿਵੇਂ ਤੇ ਬੰਦੇ ਆਪਦੇ ਨੂੰ। ਬੱਚਿਆਂ ਨੂੰ ਇਹ ਵੀ ਕਹਿਣਗੇ ਇਮਾਨਦਾਰ ਰਹਿਣਾ, ਹਾਂ, ਜ਼ਿੰਦਗੀ ਦੇ ਵਿੱਚ ਕਦੇ ਇਮਾਨਦਾਰੀ ਦਾ ਪੱਲਾ ਨਹੀਂ ਛੱਡਣਾ। ਮਹਾਰਾਜ ਤੋਂ ਡਰੋ, ਫਿਰ ਹਾਂ। ਐ ਕਹੀ ਜਾਣਗੇ ਵੀ ਤੁਸੀਂ ਤਾਂ ਮਹਾਰਾਜ ਦਾ ਡਰ ਹੀ ਨਹੀਂ ਕੀਤਾ, ਉਹਦੇ ਘਰੋਂ ਹੀ ਸਮਾਨ ਚੱਕੀ ਆ ਲਿਆਉਂਦੇ ਹੋ। ਹੁਣ ਫਿਲੌਰ ਦੀ ਖਬਰ ਸੁਣ ਲਓ ਜੀ। ਫਿਲੌਰ ਦੇ ਵਿੱਚ ਬਲਵਿੰਦਰ ਸਿੰਘ ਨਾਂ ਦਾ ਇੱਕ ਬੰਦਾ, ਉਹਦੇ ਘਰ ਦੇ ਵਿੱਚ ਰਾਤ ਨੂੰ 2 ਚੋਰ ਵੜ ਗਏ। ਮੀਆਂ ਬੀਵੀ ਸੁੱਤੇ ਪਏ ਆ, ਜੀ। ਇੱਕ ਪਾਸੇ ਉਹਨਾਂ ਛੋਟਾ ਜਿਹਾ ਨਿੱਕਾ ਜਿਹਾ ਬੱਚਾ ਸੁੱਤਾ ਪਿਆ, ਤੇ ਉਹ ਬੱਚਾ ਹੋਊਗਾ ਮੇਰੇ ਖਿਆਲ 2-2.5 ਸਾਲ ਦਾ। ਇਹਨਾਂ ਨੇ ਪਹਿਲਾਂ ਤਾਂ ਜਾ ਕੇ ਮੋਬਾਈਲ ਚੱਕੇ, ਦੋਨੋਂ ਮੋਬਾਈਲ ਚੋਰੀ ਕਰ ਲਏ। ਆਲੇ ਦੁਆਲੇ ਹੱਥ ਪੱਲਾ ਮਾਰਿਆ, 2000 ਰੁਪਈਆ ਵੀ ਮਿਲ ਗਿਆ। ਹੋਰ ਹੱਥ ਪੱਲਾ ਮਾਰਨ ਦੀ ਕੋਸ਼ਿਸ਼ ਕੀਤੀ, ਹੱਥ ਦੇ ਵਿੱਚ ਕੁਝ ਆਇਆ ਨਹੀਂ, ਤੇ ਚੱਕ ਕੇ ਬੈਗ ਦੇ ਵਿੱਚ ਨਿਆਣਾ ਹੀ ਪਾ ਲਿਆ। ਹਾਂ, ਨਿਆਣਾ ਪਾ ਕੇ ਤੇ ਜਦੋਂ ਕਮਰੇ ਦੇ ਵਿੱਚੋਂ ਬਾਹਰ ਨਿਕਲਣ ਲੱਗੇ ਤਾਂ ਨਿਆਣੇ ਨੇ ਮਾਰਤੀ ਚੀਕ, ਅੱਛਾ ਜੀ। ਤੇ ਉਹਦੀ ਚੀਕ ਸੁਣ ਕੇ ਮਾਂ ਨੂੰ ਜਾਗ ਆ ਗਈ, ਓਹੋ। ਤੇ ਮਾਂ ਨੇ ਬਾਅਦ ਦੇ ਵਿੱਚ ਰੌਲਾ ਪਾਤਾ ਤੇ ਬੈਗ ਛੱਡ ਕੇ ਭੱਜ ਗਏ। ਤੇ ਬੈਗ ਦੇ ਵਿੱਚੋਂ ਨਿਆਣਾ ਕੱਢਿਆ, ਮੋਬਾਈਲ ਵੀ ਕੱਢੇ ਤੇ ਪੈਸੇ ਵੀ ਕੱਢੇ ਆ। ਬੇੜਾ ਹੀ ਗਰਕ ਹੋ ਇਹ ਹਾਲਾਤ ਹੋਏ ਪਏ ਆ ਬਈ, ਦੁਨੀਆ ਦਾ ਬੇੜਾ ਗਰਕ ਹੋ ਚੁੱਕਿਆ ਟਣਾ ਸਾਹਿਬ। ਅਸੀਂ ਤਾਂ ਕਹਿੰਦੇ ਆ ਜਿਹੜੀ ਚੀਜ਼ ਲੱਭਦੀ ਆ, ਜਿਹੜੀ ਚੀਜ਼ ਮਿਲਦੀ ਆ, ਉਹੀ ਚੱਕ ਕੇ ਲੈ ਜਾਓ। ਲੋਕਾਂ ਦੇ ਘਰਾਂ ਚੋਂ ਕੁੱਤੇ ਲਈ ਜਾਂਦੇ ਆ, ਹਨਾ, ਕੋਈ ਟੂਟੀਆਂ ਲਾ ਕੇ ਲਈ ਜਾਂਦਾ। ਉਹ ਕੁੱਤੇ ਤਾਂ ਲਈ ਜਾਂਦੇ, ਕੁੱਤੇ ਕੰਮ ਕਰਦੇ ਹੁੰਦੇ ਆ। ਹਾਂਜੀ, ਹਾਂਜੀ, ਮਤਲਬ ਕੁੱਤੇ ਕੰਮ ਹੀ ਕਰਦੇ ਉਹ। ਗੱਲ ਸਹੀ ਹੈ, ਪਰ ਕੀ ਕਰੇ ਬੰਦਾ। ਸੱਚੀ ਜੇ ਤੁਸੀਂ ਬਚੇ ਹੋ ਤਾਂ ਇਹ ਬਹੁਤ ਵੱਡੀ ਗੱਲ ਆ। ਜੇ ਤੁਸੀਂ ਸਹੀ ਸਲਾਮਤ ਦਫ਼ਤਰ 'ਚ ਪਹੁੰਚ ਜਾਂਦੇ ਹੋ, ਘਰੇ ਪਹੁੰਚ ਜਾਂਦੇ ਹੋ, ਕੋਈ ਵੀ ਇਨਸਾਨ ਆ ਜਿਹੜਾ ਕੰਮ ਕਰਦਾ, ਤੇ ਬਹੁਤ ਵੱਡੀ ਗੱਲ ਆ। ਮੈਨੂੰ ਤੇ ਇਉਂ ਲੱਗਦਾ ਵੀ ਆਉਂਦੇ ਸਮੇਂ ਦੇ ਵਿੱਚ ਨਾ, ਜਦੋਂ ਆਥਣ ਤੱਕ ਬੰਦਾ ਘਰੇ ਆ ਜਾ ਕਰੂਗਾ ਤੇ ਟੱਬਰ ਦੇ ਜੀ ਢੋਲ ਵਜਾ ਕੇ ਸਵਾਗਤ ਕਰਿਆ ਕਰਨਗੇ, ਉਹ ਅੱਜ ਫੇਰ ਆ ਗਿਆ। ਜਿਹੋ ਜਿਹੇ ਹਾਲਾਤ ਬਣੇ ਪਏ ਆ, ਪਤਾ ਨਹੀਂ ਰਾਹ ਦੇ ਵਿੱਚ ਕੌਣ ਤੁਹਾਨੂੰ ਖਾ ਜੇ, ਪਤਾ ਨਹੀਂ ਕੌਣ ਮਾਰ ਦੇਵੇ। ਅੱਜ ਫੇਰ ਆ ਗਿਆ, ਉਹ ਵੀ ਸੜੇ ਕੱਪੜਿਆਂ ਦੇ ਆ ਗਿਆ, ਉਹ ਅੱਜ ਫੇਰ ਆ ਗਿਆ, ਇਹਦੀ ਵਧੀ ਸੀ। ਹਾਂ, ਹੈ ਨਾ, ਅੱਜ ਤਾਂ ਇਹਨੇ ਕਮੀਜ਼ ਪੈਂਟ ਵੀ ਪਾਈ ਹੋਈ ਆ, ਕਿਉਂਕਿ ਚੋਰਾਂ ਦਾ ਕੀ ਪਤਾ ਰਾਹ 'ਚ ਹੀ ਲਾ ਲੈਣ। ਤੁਹਾਨੂੰ ਪਤਾ ਹੀ ਨਹੀਂ ਵੀ ਤੁਹਾਡੇ ਨਾਲ ਕੀ ਵਾਪਰ ਜਾਣਾ, ਹੈ ਨਾ। ਗੱਲ ਇਹ ਆ ਵੀ ਬਚੋ ਭਾਈ, ਜਿੰਨਾ ਬਚ ਸਕਦੇ ਹੋ। ਤੇ ਚੋਰਾਂ ਨੂੰ ਵੀ ਬੇਨਤੀ ਹੈ ਕਿ ਥੋੜਾ ਜਿਹਾ ਸੋਚੋ, ਮਿਹਨਤ ਕਰ ਲਓ ਕਿਤੇ। ਚੋਰਾਂ ਨੇ ਆਪਦੇ ਮਾਪਿਆਂ ਦੀ ਨਹੀਂ ਸੁਣੀ, ਥੋੜੀ ਜ਼ਰੂਰ ਸੁਣਨਗੇ। ਇਹ ਵੀ ਗੱਲ ਸਹੀ ਹੈ। ਹਾਂ, ਉਹ ਚੱਜ ਦਾ ਵਿਚਾਰ ਵੇਂਦੇ ਆ ਨਾ, ਕਹਿਣਗੇ ਅੱਛਾ ਹਰਮਨਥਿੰਦ ਨੇ ਆਖਿਆ ਆਪਾਂ ਇਹ ਤੋਂ ਚੋਰੀ ਛੱਡ ਕਹਿਣਾ ਸਭ ਕੋਈ ਪਤਾ ਨਹੀਂ ਹੁੰਦਾ। ਹਾਂ, ਇਸ ਲਈ ਚੰਗਾ ਸੁਨੇਹਾ ਦਿਓ। ਨਹੀਂ, ਚੰਗਾ ਤਾਂ ਸੁਨੇਹਾ ਦਿਓ। ਚੋਰੀ ਛੱਡੋ, ਮੱਕਾਰੀ ਛੱਡੋ, ਇਹ ਭ੍ਰਿਸ਼ਟਾਚਾਰ ਛੱਡੋ, ਮਿਹਨਤ ਦੀ ਕਮਾਓ। ਜੋ ਸਵਾਦ 10 ਨੌਹਾਂ ਦੀ ਕਿਰਤ ਕਰਕੇ ਫਿਰ ਖਾਣ ਦੇ ਵਿੱਚ ਆਉਂਦਾ, ਉਹ ਕਿਤੇ ਚੋਰੀ ਚਕਾਰੀ ਮੱਕਾਰੀ ਕਰਕੇ ਨਹੀਂ ਆਉਂਦਾ। ਮੇਰਾ ਇੱਕ ਦੋਸਤ ਜੀ, ਉਹ ਇੱਕ ਦੁਕਾਨ ਦੇ ਉੱਤੇ ਕੰਮ ਕਰਦਾ, ਆ ਜਿਹੜਾ ਪੀਜ਼ਾ ਹੱਟ ਦੇ ਉੱਤੇ, ਤੇ ਉਹ ਰਾਤ ਨੂੰ ਜਾਵੇ ਮੋਟਰਸਾਈਕਲ ਤੇ ਰਾਹ ਦੇ ਵਿੱਚ ਬਰਾਬਰ 11 ਕੁ ਵਜੇ ਦਾ ਵਕਤ ਆ, ਤੇ ਬਰਾਬਰ ਉਹਦੇ 2 ਮੋਟਰਸਾਈਕਲਾਂ ਵਾਲੇ ਆਏ ਤੇ ਇੱਕ ਨੇ ਕਾਪਾ ਮਾਰਿਆ ਉਹਦੇ। ਉਹਦੇ ਹੈਲਮਟ ਪਾਇਆ ਸੀ, ਬਚਾਅ ਹੋ ਗਿਆ, ਪਰ ਉਹ ਨਾ ਲੋਟੜੀਆਂ ਖਾਂਦਾ ਤੇ ਪਰੇ ਜਾ ਕੇ ਡਿੱਗ ਪਿਆ। ਬਾਅਦ ਦੇ ਵਿੱਚ ਉਹਦਾ ਮੋਬਾਈਲ ਤੇ ਮੋਟਰਸਾਈਕਲ ਚੱਕ ਕੇ ਫਰਾਰ ਹੋ ਗਏ ਆ। ਉਹ ਕਹਿੰਦਾ ਮੇਰਾ ਕਸੂਰ ਕੀ ਆ, ਮੈਂ ਮਿਹਨਤ ਕਸ਼ ਬੰਦਾ, ਮੇਰਾ ਕੀ ਕਸੂਰ ਆ, ਮੈਨੂੰ ਇਹ ਤਾਂ ਦੱਸ ਦੇਵੇ ਕੋਈ। ਟਾਣਾ ਸਾਹਿਬ ਚੋਰਾਂ ਦੀ ਗੱਲ ਕੀਤੀ, ਹੁਣ ਟਰਾਂਸਫਾਰਮਰ ਚੋਰ ਦੀ ਗੱਲ ਕਰਦੇ ਆ। ਕੋਈ ਛੱਡਦੇ ਹੀ ਨਹੀਂ, ਟਰਾਂਸਫਾਰਮਰਾਂ ਦੇ ਵਿੱਚੋਂ ਤੇਲ ਕੱਢ ਕੇ ਲੈ ਜਾਂਦੇ। ਹੁਣ ਤਾਂ 1200 ਰੁਪਏ ਲੀਟਰ ਵਿਕਦਾ ਉਹ। ਹੈ? ਹਾਂਜੀ, ਹੈ ਨਾ, ਕੋ ਤੁਸੀਂ ਨਹੀਂ ਜਾਣਾਗਾ। ਨਹੀਂ, ਮੈਂ ਤਾਂ ਪੁੱਛਿਆ ਹੀ ਆ ਬਸ। ਨਹੀਂ, ਪਰ ਆਹ ਹਾਲਾਤ ਆ ਗਏ, ਟਰਾਂਸਫਾਰਮਰ ਚੋਂ ਤੇਲ ਹੀ ਕੱਢ ਲੈਂਦੇ ਆ। ਬਸ ਜਿਹੜੇ ਬੰਦੇ ਨਸ਼ੇ ਪੱਤੇ ਦੇ ਆਦੀ ਆ, ਜਿਹੜੇ ਬੰਦਿਆਂ ਨੂੰ ਤਾਂ ਇਹ ਆ ਵੀ ਅਸੀਂ ਹੋਰ ਕੰਮ ਕਰਨਾ ਹੀ ਨਹੀਂ, ਬਸ ਇਹੀ ਕੰਮ ਬਣਾਇਆ ਉਹਨਾਂ ਨੇ, ਉਹ ਤਾਂ ਟਲਦੇ ਹੀ ਨਹੀਂ। ਔਰ ਤੁਸੀਂ ਇਹ ਵੇਖੋ ਟਾਣਾ ਸਾਹਿਬ, 6 ਮਹੀਨਿਆਂ ਦੇ ਵਿੱਚ 6195 ਟਰਾਂਸਫਾਰਮਰ ਚੋਰੀ ਹੋ ਚੁੱਕੇ। ਪੰਜਾਬ ਦੇ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਕਿਸਾਨ ਤਾਂ ਬੈਠੇ ਬਾਰਡਰਾਂ ਦੇ ਉੱਤੇ, ਖੇਤਾਂ ਦੇ ਵਿੱਚ ਰਾਤ ਨੂੰ ਰਾਖੀ ਰੱਖਣ ਵਾਲਾ ਕੋਈ ਨਹੀਂ ਹੁੰਦਾ। ਤੇ ਪੰਜਾਬ ਦੇ ਵਿੱਚੋਂ ਇਹ ਖਬਰ ਆਈ ਆ ਵੀ 6 ਮਹੀਨਿਆਂ ਦੇ ਵਿੱਚ ਕਿੰਨੇ ਟਰਾਂਸਫਾਰਮਰ ਚੋਰੀ ਹੋ ਗਏ ਆ। ਬਿਲਕੁਲ ਸਹੀ, 28 ਕਰੋੜ 56 ਲੱਖ ਦਾ ਚੂਨਾ ਲੱਗ ਚੁੱਕਿਆ। ਬਿਜਲੀ ਮਹਿਕਮਾ ਕਹਿੰਦਾ ਵੀ 28 ਕਰੋੜ ਰੁਪਏ ਤੋਂ ਵੱਧ ਦਾ ਸਾਨੂੰ ਚੂਨਾ ਲੱਗ ਗਿਆ ਇਹਦੇ ਕਰਕੇ। ਬਿਲਕੁਲ ਸਹੀ ਗੱਲ ਹੈ। ਔਰ ਤੁਸੀਂ ਆ ਵੇਖੋ ਕਿ 4338 ਟਰਾਂਸਫਾਰਮਰਾਂ ਚੋਂ ਤੇਲ ਕੱਢ ਕੇ ਲੈ ਗਏ, ਜਿਹੜਾ 1200 ਰੁਪਏ ਦਾ ਵਿਕਦਾ, ਤੁਸੀਂ ਦੱਸਿਆ ਲੀਟਰ। ਜੀ, ਤੇ ਇਹ ਸਾਡੇ ਦੇਸ਼ ਦੇ ਹਾਲਾਤ ਆ। ਇਹ ਆ ਇਮਾਨਦਾਰੀ, ਇਹਨੂੰ ਕਹਿੰਦੇ ਇਮਾਨਦਾਰੀ। ਕੌਮਿਆਂ ਦੇ ਵਿੱਚ ਇਮਾਨਦਾਰੀ ਹਲੇ ਜ਼ਿੰਦਾ ਹੈ। ਹਲੇ ਦੱਸੋ, ਇਹਨਾਂ ਖਬਰਾਂ ਦੀ ਘਾਟ ਤਾਂ ਰਹਿਣੀ ਹੈ। ਬਿਲਕੁਲ ਸਹੀ ਹੈ, ਪਰ ਤੁਸੀਂ ਕਿਵੇਂ ਬਚੋਗੇ? ਤੇ ਜਿਹੜਾ ਨਾ ਬਿਜਲੀ ਮਹਿਕਮਾ, ਉਹਨਾਂ ਨੇ ਵੈਸੇ ਪਤਾ ਲੱਗਾ ਜੀ ਕਿ 72 ਘੰਟਿਆਂ ਦੇ ਵਿੱਚ ਇਹ ਟਰਾਂਸਫਾਰਮਰ ਬਦਲਣਾ ਹੁੰਦਾ, ਪਰ ਕਈ ਦਿਨ ਤੇ ਕਈ ਹਫ਼ਤੇ ਲੱਗ ਜਾਂਦੇ ਆ। ਉਹ ਵੀ ਨਾਲ ਕਿਸਾਨ ਲੱਗਦੇ ਵੀ ਭਾਈ ਸਾਡੀ ਤੁਹਾਡੇ ਕੋਲੇ ਟਰਾਲੀ ਟਰੈਕਟਰ ਹੋਊਗਾ,
ਸਾਡੀ ਚੈਨਕੁੱਪੀ ਹੋਊਗੀ, ਅਸੀਂ ਨਾਲ ਲੱਗਦੇ ਆ ਕਿਉਂਕਿ ਫਸਲ ਸਾਡੀ ਸੁੱਕਦੀ ਆ, ਨੁਕਸਾਨ ਸਾਡਾ ਹੁੰਦਾ। ਸੋ ਅੱਗੋਂ ਬਿਜਲੀ ਮਹਿਕਮੇ ਦੇ ਮੁਲਾਜ਼ਮ ਇਹ ਗੱਲ ਕਹਿੰਦੇ ਵੀ ਸਾਨੂੰ ਤਾਂ ਭਰਤੀ ਨਹੀਂ ਕਰਕੇ ਦਿੰਦੇ, ਅਸੀਂ ਤਾਂ ਗਾਂ ਮੁੰਡੇ ਜਿਹੜੇ ਆ ਉਹ ਆਪਣੀ ਤਨਖਾਹ ਦੇ ਵਿੱਚੋਂ ਰੱਖੇ ਹੋਏ ਆ ਵੀ ਸਾਡੇ ਹੈਲਪਰ, ਸਾਡੀ ਮਦਦ ਕਰਨ ਵਾਲੇ। ਸੋ ਇਸ ਵਕਤ ਤਾਣੀ ਇਹੋ ਜੀ ਉਲਝੀ ਪਈ ਆ ਵੀ ਕੀ ਕਹੀਏ ਤੇ ਕੀ ਨਾ ਕਹੀਏ ਜੀ। ਪਰ ਗੱਲ ਇਹ ਹੈ ਟਣਾ ਸਾਹਿਬ ਕਿ ਬਚੋ ਜਿੰਨਾ ਬਚ ਸਕਦੇ ਹੋ, ਥੋੜਾ ਜਿਹਾ ਤੁਹਾਨੂੰ ਇਸ ਵੇਲੇ ਨਾ ਬਹੁਤ ਜ਼ਿਆਦਾ ਸੁਹਿਰਦ ਹੋਣ ਦੀ ਲੋੜ ਹੈ। ਥੋੜਾ ਜਿਹਾ ਕਹਿ ਲਓ ਵੀ ਜਿੰਨੀਆਂ ਸੈਂਸਸ ਨੇ ਤੁਹਾਡੀਆਂ ਉਹ ਸਾਰੀਆਂ ਜਗਾ ਕੇ ਰੱਖਣ ਦੀ ਲੋੜ ਹੈ। ਸੈਂਸਸ? ਹਾਂ, 6 ਸੈਂਸ ਹੁੰਦੀਆਂ ਨੇ ਨਾ ਇਨਸਾਨ ਦੀਆਂ। ਅੱਛਾ, ਹਾਂ, ਇੰਦਰੀਆਂ ਹਾਂ, ਸਾਰੀਆਂ ਜਗਾ ਕੇ ਰੱਖਣੀਆਂ ਚਾਹੀਦੀਆਂ ਨੇ। ਕੋਈ ਪਤਾ ਨਹੀਂ ਕਿੱਥੇ ਕੋਈ ਹੱਥ ਤੇ ਹੱਥ ਰੱਖੀ ਬੈਠਾ ਹੋਵੇ। ਤੇ ਇੱਕ ਬੇਨਤੀ ਮੇਰੀ ਇਹ ਆ ਵੀ ਕੇਂਦਰ ਵਾਲਿਆਂ ਨੂੰ ਵੀ ਮਾੜੀ ਮੋਟੀਆਂ ਇੰਦਰੀਆਂ ਜਗਾ ਲੈਣੀਆਂ ਚਾਹੀਦੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾ ਜਿਹੜੇ ਉਹ ਜਲਿਆਂਵਾਲਾ ਬਾਗ ਟਰਸਟ ਦੇ ਚੇਅਰਮੈਨ ਆ, ਮੁਖੀ ਉਹ ਆ, ਤੇ 13 ਮਹੀਨੇ ਤੋਂ ਬਿਲਕੁਲ ਤਿਆਰ ਬਰ ਤਿਆਰ ਆ ਜਲਿਆਂਵਾਲਾ ਬਾਗ। ਇਹਦਾ ਨਵੀਨੀਕਰਨ ਕੀਤਾ ਗਿਆ 20 ਕਰੋੜ ਰੁਪਏ ਦੀ ਲਾਗਤ ਦੇ ਨਾਲ। ਪਹਿਲਾਂ ਕਹਿੰਦੇ ਸੀ ਵੀ 26 ਜਨਵਰੀ ਨੂੰ ਆਪਾਂ ਇਹਨੂੰ ਨਵੇਂ ਸਿਰੇ ਤੋਂ ਖੋਲ ਦੇਣਾ, ਇੱਥੇ ਉਦਘਾਟਨ ਕਰ ਦੇਣਾ। ਫਿਰ ਅਗਲੀ ਤਰੀਕ ਪਾਤੀ ਕਹਿੰਦੇ ਜੀ ਆਪਾਂ 13 ਅਪ੍ਰੈਲ ਨੂੰ ਕਰਾਂਗੇ, ਵਿਸਾਖੀ ਵਾਲੇ ਦਿਨ। ਹੁਣ ਉਸ ਤੋਂ ਬਾਅਦ ਅਗਸਤ ਮਹੀਨਾ ਚੱਲੀ ਜਾਂਦਾ, ਇਹਨਾਂ ਨੂੰ ਖਿਆਲ ਹੀ ਨਹੀਂ ਇਸ ਗੱਲ ਦੇ ਉੱਤੇ ਵੀ ਉਹ ਬੰਦ ਪਏ ਨੂੰ ਕਿੰਨਾ ਸਮਾਂ ਹੋ ਗਿਆ। ਜਿਹੜੀਆਂ ਉੱਥੇ ਟਾਈਲਾਂ ਲੱਗੀਆਂ ਉਹ ਟਾਈਲਾਂ ਪੱਟੀਆਂ ਜਾ ਚੁੱਕੀਆਂ, ਟੁੱਟ ਗਈਆਂ ਸਾਰੀਆਂ। ਜਿਹੜੀਆਂ ਉੱਥੇ ਲੱਕੜ ਦੀਆਂ ਗ੍ਰਿਲਾਂ ਲੱਗੀਆਂ ਉਹਨੂੰ ਸਿਉਂਕ ਖਾਣ ਲੱਗ ਪਈ ਆ। ਜਿਹੜਾ ਅੰਦਰ ਮਿਊਜ਼ੀਅਮ ਬਣਾਇਆ ਉਹ ਸਾਰਾ ਬਦਰੰਗ ਹੋ ਗਿਆ, ਉੱਥੇ ਸਲਾਬਾ ਚੜ ਗਿਆ, ਫੋਟੋਆਂ ਨੇ ਰੰਗ ਵਟਾ ਲਿਆ। ਇਹ ਹਾਲਾਤ ਬਣੇ ਪਏ ਆ। ਸੋ ਪ੍ਰਧਾਨ ਮੰਤਰੀ ਸਾਹਿਬ ਸ਼ਹੀਦਾਂ ਦੇ ਤਾਂ ਹੋ ਜੋ, ਸ਼ਹੀਦ ਤਾਂ ਕਿਸੇ ਇੱਕ ਪਾਰਟੀ ਦੇ ਨਹੀਂ ਹੁੰਦੇਗੇ। ਨਾ ਤਾਂ ਪੰਜਾਬ ਦੀ ਸਰਕਾਰ ਫਿਕਰ ਕਰਦੀ ਆ, ਨਾ ਕੇਂਦਰ ਦੀ ਸਰਕਾਰ ਫਿਕਰ ਕਰਦੀ ਆ। ਅਸਲ ਦੇ ਵਿੱਚ ਟਣਾ ਸਾਹਿਬ ਜਲਿਆਂਵਾਲਾ ਬਾਗ ਹੈ ਪੰਜਾਬ 'ਚ ਨਾ, ਕਿਸੇ ਹੋਰ ਸੂਬੇ 'ਚ ਹੁੰਦਾ ਤਾਂ ਸ਼ਾਇਦ ਉਦਘਾਟਨ ਹੋ ਗਿਆ ਹੁੰਦਾ। ਹੁਣ ਚਾਹੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਜਾਂ ਕਹਿ ਲਓ ਵੀ ਉਹਨਾਂ ਦੇ ਨਾਲ ਦੇ ਜਿਹੜੇ ਉਹ ਕਹਿੰਦੇ ਆ ਕਿ ਸਰਕਾਰ ਸਾਡੀ ਆਉਣੀ ਆ ਪੰਜਾਬ 'ਚ, ਪਰ ਪਤਾ ਨਹੀਂ ਉਹਨਾਂ ਦਾ ਦਿਲ ਨਹੀਂ ਕਰ ਰਿਹਾ ਪੰਜਾਬ 'ਚ। ਨਾ ਤਾਂ ਇਹ ਖੋਲਦੇ ਆ ਜਲਿਆਂਵਾਲਾ ਬਾਗ ਤੇ ਨਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਦੇ ਆ। ਵੀ ਜਦੋਂ ਬਾਕੀ ਸਾਰਾ ਕੁਝ ਖੋਲਤਾ ਤੇ ਕਰੋਨਾ ਮੂਹਰੇ ਆ ਕੇ ਡਾਂਗ ਲੈ ਕੇ ਤੇ ਲਾਂਘੇ ਦੇ ਮੂਹਰੇ ਬਹਿ ਗਿਆ ਵੀ ਭਾਈ ਮੈਂ ਇੱਥੋਂ ਨਹੀਂ ਲੰਘਣ ਦੇਣੇ। ਮਾੜਾ ਮੋਟਾ ਖੋਲਦੇ ਹੋਏ ਨਹੀਂ ਕਰੀਦਾ ਹੁੰਦਾ, ਨਹੀਂ ਬਣਦੀ ਸਾਡੇ ਨਾਲ, ਫਿਰ ਕੀ ਹੋ ਗਿਆ। ਤੇ ਚਲਿਏ ਫਿਰ ਆਪਾਂ ਜਾਣਦਾ ਹੋ ਗਿਆ ਵੇਲਾ ਜੀ। ਪ੍ਰਤੀਕਿਰਿਆ ਆਪਣੀ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਦੋਵਾਂ ਨੂੰ ਫਿਲਹਾਲ ਦੇ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।